ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਤੀਜਾ। ਆਪੇ ਕਾਰਣ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਸਭ ਇੱਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਗੁਰਮਤਿ ਸਦ ਮਨ ਬਸਿਆ, ਸਚ ਰਹੇ ਲਿਵ ਲਾਏ। ਮਨ ਮੇਰੇ ਗੁਰ ਕੀ ਮਨ ਲਹਿ ਜਾਏ। ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਰਹਾਉ ਜਿਨ ਕਰ ਕਾਰਣ ਧਾਰਿਆ, ਸੋਈ ਸਾਰ ਕਰੇ। ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਦਰ ਕਰੇ। ਸੇ ਜਨ ਸ਼ਬਦੇ ਸੋਹਣੇ, ਤਿਤ ਸਚੈ ਦਰਬਾਰ। ਗੁਰਮੁਖ ਸਚੈ ਸ਼ਬਦ ਰਤੇ, ਆਪ ਮਿਲੇ ਕਰਤਾਰ। ਗੁਰਮਤਿ ਸਚ ਸਲਾਹਣਾ, ਜਿਸ ਦਾ ਅੰਤ ਨ ਪਾਰਾਵਾਰ। ਘਟ
घट घट आपे हुक्म वसै, हुक्म करे विचार, गुर शब्दी सलाहिए, हमें विचों खोए, साधन नामे बाहरी, अवगणवंती रोए, सच सलाही सच लगाम, सच नाए त्रिपत होए, गुण विचारी गुण संग्राम, अवगुण कड्डा धोए, आपे मेल मिलाएंदा, फिर विछोड़ा ना होए, नानक गुर सलाही आपना, जिदों पाई प्रभ सोए, आपे मेल मिलाएंदा, फिर विछोड़ा ना होए, नानक गुर सलाही आपना, जिदों पाई प्रभ सोए। वाहिगुरु जी का खालसा, वाहिगुरु जी की फतेह। ये पावन शब्द जो श्री राग अंदर तीजे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 37 अंग ते सुशोभित है। इस शब्द की विचार बाबा सरबजीत बाबा सुरजीत सिंह जी कनुड़की पटियाले वाले आप जी नूं सरवण करवाउणगे। एक दिन दा उन्हां दा समा है साडे पास। संगत वल्लों प्रबंधक सेवादारां वल्लों धन्नवाद। अमृत संचार हर ऐतवार 11 बजे हुंदा है। गुरु घर दी सेवा दे विच गुरु के लंगरां वास्ते रसद, कड़ा प्रशाद दी देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत दी सेवा जथेदार बाबा बचन सिंह जी करवा रहे हैं, जो वलंटियर वीर भैणा सेवा कर रहे हैं। सारिਆਂ ਨੂੰ बेनती है कि शनिचरवार ऐतवार ਵੱਧ ਤੋਂ ਵੱਧ ਸਮਾਂ हाजरी भरो, क्योंकि बहुत सारे यात्रु नवे आउंदे ने और बहुत वड्डी गिणती हुंदी इन्हां दिनां विच संगत दी। और घट तो घट एक दिन हफ्ते विच आके जरूर हाजरी भरो। ये वलंटियर कार्ड सेवा दा कार्ड है। सो आपां सारे रल मिल के गुरु दी बख्शिश किरपा दे पात्र बणीए। अपने घरां दे विच बच्चियां दे नाल पंजाबी बोलो, बच्चियां नूं गुरमुखी पढ़ाओ ताकि साडे बच्चे गुरु ग्रंथ साहिब पातशाह महाराज जी दे चरनी लग सकन। अज
ਧੰਨ ਲਿਖਾਰੀ ਨਾਨਕਾ ਦੇ ਸਿਰਲੇਖ ਅਧੀਨ 6ਵਾਂ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਗਤ ਸਿੰਘ ਪਾਰਕ ਕਰੋਣੀ ਦੇ ਵਿੱਚ ਹੋਵੇਗਾ। ਸਮਾਂ ਹੈ 6:45 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਅਗਲੇ ਸਮੇਂ ਵਾਸਤੇ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਆਪੇ ਕਾਰਨ ਕਰਤਾ ਕਰੇ। ਸਤਿਗੁਰੂ ਜੋਗੋ ਜੋਗ ਅਟਲ, ਤਖਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਸਰਬੱਤ ਮਾਈ ਭਾਈ, ਸਾਰੇ ਗੱਜ ਵੱਜ ਕੇ ਆਖੋ, ਕੋਈ ਰਹਿ ਨਾ ਜਾਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਦਾਸਾਂ ਤੋਂ ਪਹਿਲਾਂ ਧੁਰਕੀ ਬਾਣੀ ਦਾ ਕੀਰਤਨ, ਆਸਾ ਦੀ ਵਾਰ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਸਿੰਘ ਸਹਿਬਾਨਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਸਾ ਦੀ ਵਾਰ ਤੋਂ ਭਾਵ ਹੁੰਦਾ ਹੈ ਇਛਾਵਾਂ ਪੂਰੀਆਂ ਕਰਨ ਵਾਲੀ। ਦੂਸਰਾ ਇਹਦਾ ਇਹ ਵੀ ਅਰਥ ਹੈ ਆਸਾ ਦੀ ਵਾਰ ਜੋ ਮਾੜੀਆਂ ਅੰਦਰ ਇਛਾਵਾਂ ਪੈਦਾ ਹੁੰਦੀਆਂ ਨੇ, ਇਛਾਵਾਂ ਤ੍ਰਿਸ਼ਨਾਵਾਂ। ਆਸਾ ਦੀ ਵਾਰ ਤੋਂ ਭਾਵ ਉਸ ਨੂੰ ਵਰਜਣ ਵਾਲੀ, ਰੋਕਣ ਵਾਲੀ। ਕਿਉਂਕਿ ਗੁਰਬਾਣੀ ਦੇ ਜ਼ਰੀਏ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੂੰ ਆਪਣੇ ਵੱਸ ਵਿੱਚ ਕਰ ਸਕਦੇ ਹਾਂ। ਹੋਰ ਕੋਈ ਚਾਰਾ ਨਹੀਂ। ਇਸ ਕਰਕੇ ਗੁਰਬਾਣੀ ਪੜ੍ਹਨੀ, ਵਿਚਾਰਨੀ ਤੇ ਸੁਣਨੀ ਚਾਹੀਦੀ ਹੈ। ਸਾਧ ਸੰਗਤ ਜੀ, ਗੁਰਬਾਣੀ ਪੜ੍ਹੇ ਤੋਂ ਬਿਨਾਂ ਮਨੁੱਖ ਦਾ ਜੀਵਨ, ਵਿਚਾਰੇ ਤੋਂ ਬਿਨਾਂ ਮਨੁੱਖ ਦਾ ਜੀਵਨ ਪਸ਼ੂਆਂ ਤੋਂ ਵੀ ਗਿਰਿਆ ਹੋਇਆ ਮੰਨਿਆ। ਇੱਕ ਜਗ੍ਹਾ ਸਤਿਗੁਰੂ ਕਥਨ ਕਰਦੇ ਨੇ, ਆਵਨ ਆਏ ਜਗਤ ਮੈਂ ਬਿਨ ਬੂਝੈ ਪਛ ਢੋਰ, ਨਾਨਕ ਗੁਰਮੁਖ ਸੋ ਬੂਝੈ ਜਾ ਕੇ ਭਾਗ ਮਥੋਰ।
ਆਉਣ ਨੂੰ ਤਾਂ ਸੰਸਾਰ ਵਿੱਚ ਆ ਗਏ, ਜੇ ਇਹ ਮਿਸ਼ਨ ਨਹੀਂ ਬੁੱਝਿਆ, ਇਹ ਨਹੀਂ ਪਤਾ ਕਿ ਸਾਡਾ ਏਮ ਕੀ ਹੈ, ਨਿਸ਼ਾਨਾ ਕੀ ਹੈ ਜ਼ਿੰਦਗੀ ਦਾ, ਫਿਰ ਭਾਈ ਤੂੰ ਪਸ਼ੂਆਂ ਤੋਂ ਵੀ ਗਿਆ ਗੁਜ਼ਰਿਆ ਹੈ, ਪਸ਼ ਢੋਰ ਉਦੋਂ ਵੀ ਥੱਲੇ ਆ ਤੇਰਾ ਜੀਵਨ। ਅਕਾਲ ਪੁਰਖ ਵਾਹਿਗੁਰੂ 84 ਲੱਖ ਜੂਨੀਆਂ ਦੇ ਵਿੱਚੋਂ ਮਨੁੱਖ ਦਾ ਜਨਮ ਸਰਵੋਤਮ ਜਾਣਿਆ ਜਾਂਦਾ। 84 ਲੱਖ ਜੌਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਐਸਾ ਭਾਈ ਗੁਰਦਾਸ ਜੀ ਦਾ ਬਚਨ ਹੈ। ਅੱਖੀਂ ਵੇਖਣ ਕਰਨ ਸੁਣਨ ਮੁਖ ਸ਼ੁਭ ਬੋਲਣ ਬਚਨ ਸਨੇਹੀ। ਅੱਖਾਂ ਨਾਲ ਵੇਖਣਾ, ਗੁਰੂ ਦੇ ਦਰਸ਼ਨ ਦੀਦਾਰ ਕਰਨੇ, ਕੰਨਾਂ ਦੇ ਨਾਲ ਨਾਮ ਬਾਣੀ ਨੂੰ ਸੁਣਨਾ ਅਤੇ ਮੁਖ ਦੇ ਨਾਲ ਸ਼ੁਭ ਬਚਨ ਗੁਰਬਾਣੀ ਪੜ੍ਹਨੀ। ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਕੁਝ ਵਿਸ਼ੇਸ਼ ਦਾਤਾਂ ਦਿੱਤੀਆਂ ਹਨ ਜਿਹੜੀਆਂ ਹੋਰ ਕਿਸੇ ਜੂਨੀ ਵਿੱਚ ਪ੍ਰਾਪਤ ਨਹੀਂ ਹੁੰਦੀਆਂ। ਉਹ ਵਿਸ਼ੇਸ਼ ਦਾਤਾਂ ਕਿਹੜੀਆਂ ਨੇ? ਜਿਵੇਂ ਕਿ ਡਿਸਕ੍ਰਿਮੀਨੇਟਿੰਗ ਪਾਵਰ, ਜਿਹਨੂੰ ਪੰਜਾਬੀ ਦੇ ਵਿੱਚ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਆ। ਚੰਗੇ ਮਾੜੇ ਦਾ ਤੂੰ ਨਿਰਣਾ ਕਰ ਸਕੇ, ਵਿਚਾਰ ਕਰ ਸਕੇ। ਪ੍ਰੋਫਾਊਂਡ ਇੰਟੈਲੀਜੈਂਸੀ, ਜਿਹਨੂੰ ਪੰਜਾਬੀ ਦੇ ਵਿੱਚ ਤੇਜ਼ ਦਿਮਾਗ ਕਹਿੰਦੇ ਆ। ਅਤੇ ਡਿਵੈਲਪਡ ਈਗੋ, ਵਿਕਸਿਤ ਹਉਮੈ, ਅਣਖ, ਸਵੈਮਾਨ, ਇਹ ਕੇਵਲ ਅਤੇ ਕੇਵਲ ਮਨੁੱਖਾ ਜੂਨੀ ਦੇ ਹੱਥ ਵਿੱਚ ਆਇਆ ਹੈ। ਕੇਵਲ ਅਤੇ ਕੇਵਲ ਗੁਰਬਾਣੀ ਪੜ੍ਹਨ ਦੀ, ਸਤਸੰਗ ਕਰਨ ਦੀ ਸੋਝੀ ਜਿਹੜੀ ਹੈ, ਆਤਮਕ ਸਰੂਪ ਦੀ ਸਾਖਿਅਤਾ ਦੀ ਪ੍ਰਾਪਤੀ ਮਨੁੱਖਾ ਦੇਹੀ ਦੇ ਵਿੱਚ ਹੀ ਹੋ ਸਕਦੀ ਹੈ। ਆਪਣੇ ਮੂਲ ਦੀ ਪਛਾਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਹੋਰ ਕਿਸੇ ਜੂਨੀ ਦੇ ਵਿੱਚ ਆਤਮ ਸਰੂਪ ਦੀ ਸਾਖਿਅਤਾ ਨਹੀਂ ਹੋ ਸਕਦੀ। ਇਸ ਕਰਕੇ ਮਨੁੱਖਾ ਦੇਹ ਆ ਨਾ ਜਿਹੜੀ, ਇਹਨੂੰ ਨਰ ਨਰਾਇਣੀ ਦੇਹ ਵੀ ਕਿਹਾ ਜਾਂਦਾ ਹੈ। ਇਸ ਦੇਹੀ ਨੂੰ ਤਾਂ ਦੇਵਤੇ ਤਰਸਦੇ ਹਨ, ਕਿਉਂਕਿ ਉਹ ਮੁਕਤ ਨਹੀਂ। ਉਹ ਮਨੁੱਖਾ ਦੇਹੀ ਪਾ ਕਰਕੇ, ਨਾਮ ਜਪ ਕੇ, ਸਿਮਰਨ ਕਰਕੇ, ਖੰਡੇ ਦੀ ਪਹੁਲ ਲੈ ਕੇ ਮੁਕਤ ਹੋਣਾ ਚਾਹੁੰਦੇ ਨੇ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਹਜ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੇ ਭਾਈ, ਗੋਬਿੰਦ ਨੂੰ ਗੋ ਨਾਮ ਪ੍ਰਿਥਵੀ ਦਾ ਹੈ। ਬਿੰਦ ਨਾਮ ਰੱਖਿਆ ਕਰਨ ਵਾਲਾ ਜਿਹੜਾ ਗੋਬਿੰਦ ਹੈ, ਸ੍ਰਿਸ਼ਟੀ ਦਾ ਕਰਤਾ ਧਰਤਾ, ਉਹਦੇ 'ਚ ਆਪਣੇ ਮਨ ਨੂੰ ਜੋੜਨਾ ਕਰ। ਸੋ ਇੱਥੇ ਸ਼੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੇ ਬਾਰੇ ਭੱਟ ਕਹਿੰਦੇ ਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਗੁਰੂ ਸਾਹਿਬ ਬਚਨ ਕਰਦੇ ਹੈ। ਇਸ ਸ਼ਬਦ ਦੀ ਉਥਾਨਕਾ ਹੈ ਜੋ ਮਹਾਂਪੁਰਖਾਂ ਨੇ ਦੱਸੀ ਹੈ। ਦਮਦਮੀ ਟਕਸਾਲ ਦੇ ਮਹਾਨ ਵਿਦਵਾਨ, ਪੰਥ ਰਤਨ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 27 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਕੀਤੀ, ਕਈ ਵਾਰੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਵੀ ਕਥਾ ਕੀਤੀ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸਾਡੀ ਕੌਮ ਨੂੰ ਮਿਲੇ। ਆਪ ਜਾ ਕੇ ਮਹਾਂਪੁਰਖਾਂ ਨੇ, ਬਾਬਾ ਗੁਰਬਚਨ ਸਿੰਘ ਖਾਲਸਾ ਨੇ 7 ਭਰਾਵਾਂ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਚੋਣ ਕੀਤੀ। ਬਚਪਨ ਦੀ ਉਮਰ ਦੇ ਵਿੱਚ ਸੀ। ਉਹਨਾਂ ਮਹਾਂਪੁਰਖਾਂ ਦੀ ਜੋ ਕਥਾ ਹੈ, ਉਹਨਾਂ ਵਰਗੀ ਕਥਾ ਸਾਧ ਸੰਗਤ ਕੋਈ ਕਰ ਨਹੀਂ ਸਕਿਆ, ਨਾ ਕਰ ਸਕੇਗਾ। ਜੇ ਉਹ ਰੂਹ ਵਾਪਸ ਆ ਜਾਵੇ ਤਾਂ ਕਹਿ ਨਹੀਂ ਸਕਦੇ। ਇਸ ਕਰਕੇ ਕਥਾ ਕੀ ਹੈ, ਪ੍ਰਚਾਰ ਕੀ ਹੈ? ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰ ਬੜਾ ਹੋ ਰਿਹਾ ਹੈ। ਸੰਗਤਾਂ ਨੇ ਕੋਈ ਘਾਟ ਨਹੀਂ ਛੱਡੀ। ਵੱਡੇ ਵੱਡੇ ਪੰਡਾਲ, ਵੱਡੀਆਂ ਵੱਡੀਆਂ ਭੇਟਾਵਾਂ ਵੀ ਸੰਗਤਾਂ ਪ੍ਰਚਾਰਕਾਂ ਨੂੰ ਦੇ ਦਿੰਦੀਆਂ ਹਨ। ਪਰ ਮਾਫ਼ ਕਰਨਾ, ਸਾਡਾ ਪ੍ਰਚਾਰ ਕਰਨ ਵਾਲਿਆਂ ਦਾ, ਸਾਰਿਆਂ ਦਾ ਨਹੀਂ, ਬਹੁਤਿਆਂ ਦਾ ਕੋਈ ਆਪਣੀ ਨਾਮ ਸਿਮਰਨ ਦੀ ਕਮਾਈ ਨਹੀਂ ਰਹੀ। ਸਾਧ ਸੰਗਤ ਆਪਣਾ ਜੀਵਨ ਨਹੀਂ ਰਿਹਾ। ਜਿਸ ਮਨੁੱਖ ਦਾ ਆਪਣਾ ਜੀਵਨ ਨਹੀਂ, ਉਹ ਕਿਸੇ 'ਤੇ ਕੀ ਉਹਦੀ ਕਥਾ ਦਾ ਪ੍ਰਭਾਵ ਪਵੇਗਾ। ਜੀਵਨੋਂ ਮੈਂ ਜੀਵਨ ਪਾਇਆ। ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਖਾਲਸਾ, ਜਿਹੜੇ 25 ਸਿੰਘ ਜਥੇ ਵਿੱਚ ਰੱਖਿਆ ਕਰਦੇ। 25 ਸਿੰਘ ਉਹ ਰੱਖਦੇ ਸੀ ਜਿਹੜੇ 7 ਬਾਣੀਆਂ ਦੇ ਨਿਤਨੇਮ ਤੋਂ ਬਿਨਾਂ ਸਾਰੀ 5 ਗ੍ਰੰਥੀ
ਜਾਂ 25,000 ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਜਾਂ 25 ਜਪਜੀ ਦੇ ਪਾਠ ਕਰੇ, ਉਸ ਸਿੰਘ ਨੂੰ ਰੱਖਿਆ ਕਰਦੇ। ਤੇ ਜਿਸ ਨਗਰ ਵਿੱਚ ਦੀ ਲੰਘ ਜਾਇਆ ਕਰਦੇ ਉਹਨਾਂ ਨੂੰ ਛੇਤੀ ਕੀਤਿਆਂ ਬੋਲਣ ਦੀ ਲੋੜ ਨਹੀਂ ਸੀ ਪੈਂਦੀ, ਪ੍ਰਚਾਰ ਕਰਨ ਦੀ। ਇਹ ਨਿਸ਼ਾਨੀ ਸਾਧ ਕੀ ਜਿਤ ਭੇੜਤ ਤਰੀ ਹੈ। ਜਦੋਂ ਕਦੇ ਐਸਾ ਗੁਰਮੁਖ ਮਿਲ ਜਾਵੇ ਉਹਦੇ ਦਰਸ਼ਨ ਕਰਕੇ ਹੀ ਸੁਰਤ ਮਨ 'ਚ ਜੁੜ ਜਾਂਦੀ ਹੈ। ਲੋਕਾਂ ਦਾ ਦਰਸ਼ਨ ਕਰਕੇ ਜੀਵਨ ਬਦਲ ਜਾਂਦਾ ਸੀਗਾ। ਤੇ ਅੱਜ ਸਾਧ ਸੰਗਤ ਅਸੀਂ ਲੋਕ ਕਿੱਥੇ ਖੜੇ ਆ, ਇਸ ਕਰਕੇ ਜੀਵਨ ਹੀ ਪ੍ਰਚਾਰ ਹੋਇਆ ਕਰਦਾ ਹੈ। ਇਹ ਨਹੀਂ ਵੀ ਗ੍ਰੰਥਾਂ ਨੂੰ ਰੱਟੇ ਲਾਤੇ ਤੇ ਸੰਗਤਾਂ ਨੂੰ ਸੁਣਾਤਾ। ਸਟੇਜ ਤੇ ਗੁਰੂ ਦੀ ਹਜ਼ੂਰੀ ਵਿੱਚ ਗਾਤਰਾ ਵੀ ਵੱਡਾ ਸਾਰਾ, ਕਛਹਿਰਾ ਵੀ ਗੋਡਿਆਂ ਤੋਂ ਨੀਵਾਂ, ਤੇ ਕਮਰੇ ਦੇ ਵਿੱਚ ਜਾ ਕੇ ਪ੍ਰਚਾਰਕ ਦੇ ਕਕਾਰ ਨਾ ਲੱਭਣ। ਐਦੋਂ ਅਫਸੋਸ ਵਾਲੀ ਕੀ ਗੱਲ ਹੋ ਸਕਦੀ ਹੈ। ਇਸ ਕਰਕੇ ਸਾਧ ਸੰਗਤ ਅੱਜ ਜੋ ਸਮੇਂ 'ਚ ਚੱਲ ਰਿਹਾ ਨਾ, ਸਾਰੇ ਨਹੀਂ ਪਰ ਬਹੁਤਾਤ ਸਾਡੇ ਵਰਗੇ ਕੁਝ ਐਸੇ ਹੋ ਚੁੱਕੇ ਆ। ਇਸ ਕਰਕੇ ਕਹਿਣੀ ਤੇ ਕਰਨੀ ਵਾਲੇ ਪ੍ਰਚਾਰਕਾਂ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਘਾਟ ਪੈਦਾ ਹੋ ਚੁੱਕੀ ਹੈ। ਆਓ ਇਹਦੀ ਉਥਾਨਕਾ ਕੀ ਹੈ। ਇੱਕ ਵਾਰ ਸੰਗਤ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪੁੱਛਣਾ ਕੀਤਾ, ਸਤਿਗੁਰੂ ਜੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ? ਕਈ ਕਹਿੰਦੇ ਆ ਪਰਮਾਣੂਆਂ ਤੋਂ ਹੋਈ, ਤੇ ਕਈ ਕਹਿੰਦੇ ਆ ਬਾਬਾ ਆਦਮ ਤੇ ਅੰਮਾ ਹਵਾ ਤੋਂ ਹੋਈ, ਕਈ ਕਾਲ ਨੂੰ ਮੰਨਦੇ ਆ। ਇਹ ਸ੍ਰਿਸ਼ਟੀ ਦੀ ਰਚਨਾ ਕਿੱਦਾਂ ਹੋਈ, ਕਿਰਪਾ ਕਰਕੇ ਆਪ ਜੀ ਦੱਸਣਾ ਕਰੋ। ਸੋ ਸਤਿਗੁਰੂ ਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਸ਼੍ਰੀ ਰਾਗ ਦੇ ਵਿੱਚ ਸੰਗਤਾਂ ਦਾ ਇਹ ਪ੍ਰਸ਼ਨ ਹੈ ਕਿ ਦੱਸਣਾ ਕਰੋ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਸਤਿਗੁਰੂ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਕੀ ਕਹਿੰਦੇ ਹੈ, ਆਓ ਸਾਰੇ ਪਿਆਰ ਸਤਿਕਾਰ ਨਾਲ ਸੁਰਤ ਬਿਰਤ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ਼੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਦੇ ਪ੍ਰਸ਼ਨ ਦਾ ਜਵਾਬ ਦੇ ਰਹੇ ਹਨ। ਆਪੇ ਕਾਰਨ ਕਰਤਾ ਕਰੇ, ਸ੍ਰੇਸ਼ਟ ਦੇਖੈ ਆਪੇ ਉਪਾਏ। ਮਹਾਰਾਜ ਕਹਿੰਦੇ ਭਾਈ ਆਪੇ ਕਾਰਨ ਕਰਤਾ ਕਰੇ, ਉਹ ਆਪ ਹੀ ਕਰਤਾ ਹੈ ਤੇ ਆਪ ਹੀ ਕਾਰਨ ਬਣਾਉਣ ਵਾਲਾ ਹੈ, ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਦੇਖਣ ਵਾਲਾ ਹੈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ। ਇਹ ਤਾਂ ਵਾਹਿਗੁਰੂ ਇਹ ਜਾਣਦਾ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਹੋਰ ਨਹੀਂ ਕਿਸੇ ਨੂੰ ਪਤਾ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨਚਿਤ, ਓੰਕਾਰ ਸ਼ੈਲ ਜੁਗ ਭਏ, ਓੰਕਾਰ ਵੇਦ ਨਿਰਮਏ, ਏਕੰ ਹਉ ਬਹੁ ਸਿਆਮਾ। ਐਸੇ ਬਚਨ ਵੀ ਆਉਂਦੇ ਹੈ ਕਿ ਜਦੋਂ ਉਸ ਅਕਾਲ ਪੁਰਖ ਦੇ ਮਨ 'ਚ ਫੁਰਨਾ ਆਇਆ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸ਼ਬਦ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਓੰਕਾਰ ਬ੍ਰਹਮਾ ਉਤਪੁੱਤ, ਜਿਹੜਾ ਇੱਕ ਓੰਕਾਰ ਹੈ ਇਹਦਾ ਅਰਥ ਬੜਾ ਵੱਡਾ ਹੈ। ਕੱਲੇ ਇੱਕ ਓੰਕਾਰ ਦੀ ਕਥਾ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ 40 ਦਿਨਾਂ ਦੇ ਵਿੱਚ ਕੀਤੀ ਸੀ। ਗੁਰਬਾਣੀ ਅਗਾਧ ਬੋਧ ਹੈ। ਕੋਈ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਇਹ ਬਾਂਹ ਕੱਢ ਕੇ ਨਹੀਂ ਕਹਿ ਸਕਦਾ ਕਿ ਮੈਂ ਸਾਰੇ ਅਰਥ ਸਹੀ ਕਰ ਸਕਦਾ ਗੁਰਬਾਣੀ ਦੇ। ਨਹੀਂ, ਗੁਰਬਾਣੀ ਦੇ ਅਰਥ ਸਤਿਗੁਰੂ ਆਪ ਹੀ ਜਾਣਦੇ ਹੈ। ਆਪਾਂ ਤਾਂ ਯਤਨ ਕਰ ਰਹੇ ਹਾਂ, ਕਰੋ ਯਤਨ ਜੇ ਹੋਏ ਮਿਹਰਬਾਨਾ। ਇੱਕ ਯਤਨ ਹੈ ਆਪਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਮੰਨ ਲਓ ਪਰਮਾਣੂਆਂ ਤੋਂ ਵੀ ਹੋਈ ਹੈ, 2 ਪਰਮਾਣੂ ਮਿਲ ਕੇ ਦੁਨਕਾ ਬਣ ਗਿਆ, 3 ਮਿਲ ਕੇ ਤਿਨਕਾ ਬਣ ਗਿਆ, ਤਾਂ ਪਰਮਾਣੂਆਂ ਨੂੰ ਚੇਤਨ ਸ਼ਕਤੀ ਕਿਹਨੇ ਦਿੱਤੀ ਹੈ? ਚੇਤਨ ਸ਼ਕਤੀ ਦੇਣ ਵਾਲਾ ਵਾਹਿਗੁਰੂ ਹੈ। ਕਾਲ ਜੜ ਰੂਪ ਹੈ, ਮਾਇਆ ਜੜ ਰੂਪ ਹੈ। ਜੇ ਤੁਸੀਂ ਕਾਲ ਜਾਂ ਮਾਇਆ ਦੁਆਰਾ ਕਹਿਣੇ ਹੋ
ਤਾਂ ਉਹਨੂੰ ਵੀ ਚੇਤਨ ਸ਼ਕਤੀ ਕਿਹਨੇ ਦਿੱਤੀ ਹੈ? ਉਹ ਵੀ ਵਾਹਿਗੁਰੂ ਪਰਮੇਸ਼ਰ ਨੇ। ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਕਲਪਤ ਦਾਮਤ ਸੰਬੰਧ ਹੁੰਦਾ ਜਿਹੜਾ ਸਦਾ ਨਾ ਰਹੇ। ਜਦੋਂ ਮਾਇਆ ਦੇ ਨਾਲੋਂ ਕਲਪਤ ਦਾਮਤ ਸੰਬੰਧ ਤੋੜ ਲਿਆ ਤਾਂ ਸ੍ਰਿਸ਼ਟੀ ਜਿਹੜੀ ਹੈ ਲੈ ਹੋ ਜਾਵੇਗੀ। ਇਸ ਕਰਕੇ ਸਾਧ ਸੰਗਤ ਉਸ ਵਾਹਿਗੁਰੂ ਪਰਮੇਸ਼ਰ ਆਪ ਇਹ ਜਾਣਦਾ ਹੈ। ਸ਼੍ਰੀ ਦਸਮ ਗ੍ਰੰਥ ਦੇ ਵਿੱਚ ਵੀ ਮਹਾਰਾਜ ਨੇ ਦੱਸਿਆ, ਖੰਡਾ ਪ੍ਰਿਥਮੈ ਸਾਜ ਕੇ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਇਹ ਵਾਹਿਗੁਰੂ ਪਰਮੇਸ਼ਰ ਨੇ ਕਲਪਤ ਦਾਮਤ ਸੰਬੰਧ ਮਾਇਆ ਨਾਲ ਬਣਾ ਕੇ ਉਸ ਨੇ ਰਚਨਾ ਕੀਤੀ ਹੈ। ਉਹ ਚੇਤਨ ਸਤਾ ਦੇਣ ਵਾਲਾ ਵਾਹਿਗੁਰੂ ਆਪੇ ਹੈ। ਸੋ ਆਪੇ ਕਾਰਨ, ਆਪੇ ਹੀ ਕਾਰਨ ਤੇ ਕਰਤਾ ਰੂਪ ਹੈ। ਆਪ ਹੀ ਕਾਰਨ ਨੂੰ ਕਰਨ ਵਾਲਾ ਹੈ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਫਿਰ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਹੀ ਵਾਹਿਗੁਰੂ ਸਰਵ ਵਿਆਪਕ ਹੈ ਤੇ ਆਪ ਹੀ ਆਪਣੀ ਕੀਤੀ ਹੋਈ ਰਚਨਾ ਨੂੰ ਵੇਖ ਰਿਹਾ ਹੈ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਸਭ ਏਕੋ, ਸਾਰੀਆਂ ਜਗ੍ਹਾ ਤੇ ਏਕੋ ਤੋਂ ਭਾਵ ਇੱਕ ਆਦਿ ਬੈਤ ਬ੍ਰਹਮ, ਜਿਹਦਾ ਕਿਸੇ ਨਾਲ ਵੈਰ ਨਹੀਂ, ਜਿਹੜਾ ਨਿਰਭਉ ਹੈ, ਜਿਹੜਾ ਕਿਸੇ ਦਾ ਭੈ ਵੀ ਨਹੀਂ ਮੰਨਦਾ, ਜਿਹਨੂੰ ਕਿਸੇ ਦਾ ਡਰ ਨਹੀਂ, ਜਿਹੜਾ ਵੈਰ ਤੋਂ ਰਹਿਤ ਹੈ, ਉਹ ਸਾਰੀਆਂ ਜਗ੍ਹਾ ਤੇ ਆਪ ਇਹ ਵਰਤਦਾ ਹੈ, ਸਰਵ ਵਿਆਪਕ ਹੈ। ਉਹ ਕਿਹੜੀ ਜਗ੍ਹਾ ਜਿੱਥੇ ਵਾਹਿਗੁਰੂ ਪਰਮੇਸ਼ਰ ਨਹੀਂ? ਸੋ ਇਸ ਕਰਕੇ ਸਭ ਇੱਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਅਲਖ ਹੈ, ਲਖਣ ਤੋਂ ਪਰੇ ਹੈ, ਉਹਦੀ ਮਹਿਮਾ ਕਹਿਣ ਕਥਨ ਤੋਂ ਬਾਹਰ ਹੈ। ਅਲਖ ਨਾ ਲਖਿਆ ਜਾਏ, ਕਹਿਣ ਕਥਨ ਤੋਂ ਬਾਹਰ ਹੈ, ਪਰੇ ਤੋਂ ਪਰੇ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਫਿਜ਼ਿਕਸ ਹੁੰਦੀ ਹੈ, ਜਿਹੜੇ ਬੱਚੇ ਨਾਨ ਮੈਡੀਕਲ ਕਰਦੇ ਆ, ਫਿਜ਼ਿਕਸ, ਜਿਹਨੂੰ ਪੰਜਾਬੀ ਦੇ ਵਿੱਚ ਭੌਤਿਕ ਵਿਗਿਆਨ ਕਹਿੰਦੇ ਆ। ਫਿਜ਼ਿਕਸ ਦੇ ਵਿੱਚ ਇੱਕ ਫਾਰਮੂਲਾ ਇਨਫਿਨਿਟੀ। ਇਨਫਿਨਿਟੀ ਦਾ ਭਾਵ ਹੁੰਦਾ ਹੈ ਬੇਅੰਤ। ਸੋ ਉਹ ਜਿਹੜਾ ਵਾਹਿਗੁਰੂ ਹੈ ਨਾ, ਪਰੇ ਤੋਂ ਪਰੇ ਹੈ, ਬੇਅੰਤ ਤੋਂ ਬੇਅੰਤ ਹੈ। ਕਈ ਜਗ੍ਹਾ ਹੋਰ ਵੀ ਬਾਣੀ 'ਚ ਬਚਨ ਆਉਂਦੇ ਹੈ ਕਿ ਸ਼ੇਸ਼ਨਾਗ ਵਰਗੇ ਜਿਨ੍ਹਾਂ ਦੇ ਹਜ਼ਾਰਾਂ ਮੂੰਹ ਹਨ, ਹਜ਼ਾਰਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਤ ਨਵਾਂ ਲੈਂਦੇ ਹੈ, ਉਹ ਵੀ ਵਾਹਿਗੁਰੂ ਦੇ ਅੰਤ ਨੂੰ ਨਹੀਂ ਪਾ ਸਕੇ। ਸ਼ੇਸ਼ਨਾਗ ਸੱਪਾਂ ਦਾ ਰਾਜਾ ਮੰਨਿਆ। ਸਨਕ ਸਨੰਦ ਮਹੇਸ਼ ਸਮਾਨਾ, ਇੱਕ ਕਬੀਰ ਸਾਹਿਬ ਦਾ ਸ਼ਬਦ ਹੈ, ਸ਼ੇਸ਼ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਬ੍ਰਹਮਾ ਦੇ 4 ਪੁੱਤਰ ਨੇ। ਸਨਕ ਸਨੰਦ ਮਹੇਸ਼ ਨਾਮ ਸ਼ਿਵ ਜੀ ਦਾ ਹੈ। 88 ਹਜ਼ਾਰ ਬੜਾ ਇੱਕ ਚੌਂਕੜੇ 'ਚ ਬੈਠਾ ਰਹਿੰਦਾ ਸ਼ਿਵ ਜੀ, ਇੰਨਾ ਤਪਸਵੀ ਹੈ। ਸਨਕ ਸਨੰਦ ਮਹੇਸ਼ ਸਮਾਨਾ, ਸ਼ਿਵ ਜੀ ਵਰਗੇ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਵਰਗੇ ਤੇਰਾ ਜਸ ਕਰਨ ਰੂਪ ਵਿੱਚ ਸਮਾ ਰਹੇ ਹਨ, ਤੇਰਾ ਜਸ ਕਰ ਰਹੇ ਹਨ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੇਖ ਨਾਗ ਵੀ ਪਾਠ ਆਉਂਦਾ, ਕਈ ਜਗ੍ਹਾ ਸ਼ੇਸ਼ ਨਾਗ ਵੀ। ਸੋ ਸੱਪਾਂ ਦਾ ਰਾਜਾ ਸ਼ੇਸ਼ ਨਾਗ ਵੀ, ਜਿਹੜੇ ਹਜ਼ਾਰਾਂ ਤੇਰੇ ਨਾਮ ਨਿਤਾ ਪ੍ਰਤੀ ਲੈਂਦਾ, ਉਹ ਵੀ ਤੇਰੇ ਅੰਤ ਨੂੰ ਲਖ ਨਹੀਂ ਸਕਿਆ, ਜਾਣ ਨਹੀਂ ਸਕਿਆ। ਸੋ ਸਾਰੀਆਂ ਜਗ੍ਹਾ ਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਵਰਤਦਾ ਹੈ, ਜਿਹਦਾ ਅੰਤ ਅਲਖ ਨਾ ਲਖਿਆ ਜਾਏ, ਲਖਿਆ ਨਹੀਂ ਜਾ ਸਕਦਾ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਜਿਸ ਤੇ ਵਾਹਿਗੁਰੂ ਪਰਮੇਸ਼ਰ ਦਿਆਲੂ ਹੋ ਜਾਵੇ ਨਾ, ਦਿਆਲੂ ਕਿਰਪਾਲੂ ਹੋ ਜਾਵੇ ਜਿਸ ਤੇ, ਆਪੇ ਪ੍ਰਭੂ ਦਿਆਲ ਹੈ। ਵਾਹਿਗੁਰੂ ਪਰਮੇਸ਼ਰ ਹੈ ਜਿਹੜਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਹ ਸਦਾ ਹੀ ਦਿਆਲੂ ਕਿਰਪਾਲੂ ਹੈ। ਆਪਾਂ ਦਿਨ ਵਿੱਚ ਦੀ ਪਤਾ ਨਹੀਂ ਕਿੰਨੇ ਕੁ ਗੁਨਾਹ ਕਰਦੇ ਹਾਂ। ਜੇ ਆਪਣੀਆਂ ਗਲਤੀਆਂ ਵਾਹਿਗੁਰੂ ਪਰਮੇਸ਼ਰ ਗਿਣਤੀ ਲੱਗ ਜਾਵੇ ਕਰਨ, ਆਪਣਾ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਸੋ ਇਸ ਕਰਕੇ ਜਦੋਂ ਕੋਈ ਉਹਦੀ ਸ਼ਰਨ ਵਿੱਚ ਆ ਜਾਂਦਾ, ਜਿਵੇਂ ਭਾਈ ਗੁਰਦਾਸ ਨੇ ਕਿਹਾ ਕਿ ਦੁਨੀਆ ਦੇ ਸਾਰੇ ਔਗਣ ਮੇਰੇ ਵਿੱਚ ਹਨ,
ਚੋਰ ਜਾਰ ਜੁਆਰ ਹੋਂ ਪਰ ਘਰ ਜੋ ਹੰਦਾ। ਕਿਉਂਕਿ ਸਮਾਂ ਨਹੀਂ ਵਿਸਤਾਰ ਵਿੱਚ ਜਾਈਏ, ਇੱਕ ਸੰਖੇਪ ਮਾਤਰ ਟੂਕ ਮਾਤਰ ਪ੍ਰਮਾਣ ਦਿੱਤਾ ਹੈ। ਭਾਈ ਗੁਰਦਾਸ ਦੀ ਰਚਨਾ, ਜਿਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਹਾ ਗਿਆ, ਗੁਰਬਾਣੀ ਦੀ ਕੂੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਸੋ ਭਾਈ ਸਾਹਿਬ ਕਹਿੰਦੇ ਹੈ ਕਿ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹਉ ਪਰ ਘਰ ਜੋ ਹੰਦਾ। ਮੇਰੇ 'ਚ ਸਾਰੇ ਔਗਣ ਹੈ, ਪਰ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਵਿਸ਼ਵਾਸ ਘਾਤੀ ਵੀ ਹਾਂ, ਅਕਿਰਤ ਘਣ ਵੀ ਹਾਂ, ਪਰ ਸੱਚੇ ਪਾਤਸ਼ਾਹ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਅਖੀਰ ਤੇ ਇਹ ਕਹਿ ਦਿੱਤਾ ਕਿ ਪਰ ਤੂੰ ਬਖਸ਼ਣਹਾਰਾ ਹੈ। ਜਦੋਂ ਕੋਈ ਸਰੈਂਡਰ ਕਰ ਦਿੰਦਾ, ਆਤਮ ਸਮਰਪਣ ਕਰ ਦਿੰਦਾ ਕਿ ਸਤਿਗੁਰੂ ਮੈਂ ਪਾਪੀ ਹਾਂ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਮੈਂ ਬੇਮੁਖ ਹਾਂ, ਮੈਨੂੰ ਬਖਸ਼ ਲੋ, ਤਾਂ ਉਹ ਦਿਆਲੂ ਕਿਰਪਾਲੂ ਇੰਨਾ ਹੈ, ਉਹ ਬਖਸ਼ ਦਿੰਦਾ, ਵੱਡੇ ਵੱਡਿਆਂ ਦੇ ਗੁਨਾਹ ਬਖਸ਼ੇ। ਗਣਕਾ ਵਰਗੀਆਂ ਬੇਸ਼ਵਾਵਾਂ ਉਹ ਤਰ ਗਈਆਂ ਸਾਧ ਸੰਗਤ ਜੀ। ਬਾਲਮੀਕੈ ਹੋਆ ਸਾਧ ਸੰਗ ਧਰੂ ਕੋ ਮਿਲਿਆ ਹਰਨ ਸੰਗ। ਬਾਲਮੀਕ ਜੈਸੇ ਤਰ ਗਏ। ਸੋ ਇਸ ਕਰਕੇ ਆਪੇ ਪ੍ਰਭੂ ਦਿਆਲ ਹੈ, ਉਹ ਆਪ ਜੀ ਤੇ ਦਇਆ ਕਰ ਦੇਵੇ, ਦਿਆਲੂ ਕਿਰਪਾਲੂ ਹੋ ਕੇ ਆਪੇ ਦੇ ਬੁਝਾਏ। ਬੁਝਾਏ ਦਾ ਭਾਵ ਹੈ ਸੋਝੀ ਦੇਣਾ। ਉਹਨੂੰ ਫਿਰ ਆਤਮਿਕ ਸਰੂਪ ਦੀ ਸਾਖਿਆਤਾ ਕਰਵਾ ਦਿੰਦਾ, ਸੋਝੀ ਦੇ ਦਿੰਦਾ ਹੈ ਕਿ ਭਾਈ ਤੂੰ ਸਰੀਰ ਨਹੀਂ, ਤੂੰ 3.5 ਮਣ ਦੀ ਦੇਹ ਨਹੀਂ, ਤੂੰ ਆਤਮਾ ਹੈ। ਅਸਲ ਦੇ ਵਿੱਚ ਤੇਰਾ ਜਿਹੜਾ ਸਰੂਪ ਹੈ ਆਤਮਿਕ ਸਰੂਪ ਹੈ। ਆਤਮਾ ਕਦੇ ਮਰਦੀ ਨਹੀਂ, ਮਰਨਹਾਰ ਇਹ ਜਿਯਰਾ ਨਹੀਂ। ਆਤਮਾ ਅਮਰ ਹੈ, ਤੇਰਾ ਆਤਮਿਕ ਸਰੂਪ ਹੈ ਅਸਲ ਦੇ ਵਿੱਚ। ਤੂੰ ਆਪਣੇ ਆਪ ਨੂੰ 3.5 ਮਣ ਦੀ ਦੇਹ ਮੰਨੀ ਜਾਂਦਾ। ਹੁਣ ਆਪਾਂ ਨੂੰ ਆਪਣੇ ਅਸਲ ਸਰੂਪ ਦਾ ਗਿਆਨ ਨਹੀਂ। ਅਸਲ ਸਰੂਪ ਸਾਡਾ ਆਤਮਿਕ ਸਰੂਪ ਹੈ। ਇਹ ਦੇਹ ਆ ਨਾ ਜਿਹੜੀ, ਇਹ ਤਾਂ ਵਿਨਸਨਹਾਰ ਹੈ। ਵੱਡੇ ਵੱਡੇ ਆਏ, ਵੱਡੇ ਵੱਡੇ ਤੁਰ ਗਏ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਿਹਾ, 10ਵੇਂ ਗ੍ਰੰਥ ਵਿੱਚ ਵੀ ਮਹਾਰਾਜ ਨੇ ਕਿਹਾ, ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਫਿਰ ਇੱਕ ਜਗ੍ਹਾ ਕਹਿ ਦਿੱਤਾ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। ਸੋ ਐਡੇ ਐਡੇ ਹੋਏ, ਸਰੀਰ ਤਾਂ ਉਹਨਾਂ ਦੇ ਵੀ ਨਹੀਂ ਰਹੇ। ਸੋ ਆਤਮਿਕ ਸਰੂਪ ਦੀ ਜਿੰਨਾ ਸਮਾਂ ਸਾਖਿਆਤਾ ਨਹੀਂ ਹੁੰਦੀ, ਉਹਨਾਂ ਸਮਾਂ ਉਹਦੇ ਵਿੱਚ ਸਾਧ ਸੰਗਤ ਜੀ ਏਕਤਾ ਹਾਸਲ ਨਹੀਂ ਹੋਇਆ ਕਰਦੀ। ਸੋ ਦਿਆਲੂ ਕਿਰਪਾਲੂ ਪ੍ਰਭੂ ਦਇਆ ਕਰਕੇ ਜੀਵ ਨੂੰ ਆਪੇ ਦੇ ਬੁਝਾਏ ਆਤਮਿਕ ਸਰੂਪ ਦੀ ਸੋਝੀ ਦੇ ਦਿੰਦਾ ਹੈ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਗੁਰਮਤੀ ਗੁਰੂ ਦੀ ਮੱਤ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਮੁਤਾਬਕ ਚੱਲੇ। ਮਨਮੁਖ ਕੌਣ ਹੈ? ਜਿਹੜਾ ਮਨ ਦੇ ਅਕੋਰਡਿੰਗ ਚੱਲੇ, ਮਨ ਦੇ ਮੁਤਾਬਕ। ਸਿੱਧ ਪੁਰਸ਼ ਕੌਣ ਹੈ? ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਾਧੂ ਕੌਣ ਹੈ? ਜਿਹਨੇ ਮਨ ਸਾਧ ਲਿਆ, ਉਹ ਸਿੱਧ ਪੁਰਸ਼ ਹੈ। ਇਸ ਕਰਕੇ ਭਾਈ ਗੁਰਮਤੀ ਸਦ ਮਨ ਵਸਿਆ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ 'ਚ ਉਹਦਾ ਨਾਮ ਵਸ ਜਾਂਦਾ ਨਾ, ਸੱਚ ਰਹਿ ਲਿਵ ਲਾਏ। ਉਹਨਾਂ ਦੀ ਜਿਹੜੀ ਲਿਵ ਹੈ ਨਾ, ਫਿਰ ਸੱਚੇ ਪਰਮੇਸ਼ਰ ਦੇ ਵਿੱਚ ਜੁੜ ਜਾਂਦੀ ਹੈ। ਜਿਹੜੇ ਗੁਰਮਤਿ ਦੇ ਅਨੁਸਾਰ ਨਾਮ ਜਪਦੇ ਹੈ, ਤੇ ਉਹਨਾਂ ਦੀ ਜਿਹੜੀ ਲਿਵ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ। ਤੇ ਉਹਨਾਂ ਦੀ ਫਿਰ ਅਵਸਥਾ ਕੀ ਬਣ ਜਾਂਦੀ ਹੈ? ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ 10ਵੇਂ ਆਕਾਸ਼, ਤਿੱਥੇ ਊਂਘਣਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਉਹਨਾਂ ਦੇ ਸਰੀਰ ਨੂੰ ਵੱਢੀ ਜਾਵੇ, ਟੁੱਕੀ ਜਾਵੇ, ਜਿਵੇਂ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਿਨ੍ਹਾਂ ਨੇ ਕੁਰਬਾਨੀ ਦਿੱਤੀ। ਜ਼ਾਲਮਾਂ ਨੇ ਜ਼ੋਰ ਲਾ ਲਿਆ, ਲੱਕੜ ਵਾਂਗੂ ਆਰੇ ਨਾ ਚੀਰਤਾ, ਪਰ ਮੁਖ ਤੋਂ ਸੀ ਤੱਕ ਨਹੀਂ ਉਚਾਰੀ। ਕਿਉਂ? ਕਿਉਂਕਿ ਗੁਰਮਤਿ ਦੇ ਅਨੁਸਾਰ ਨਾਮ ਜਪਿਆ ਸੀ। ਨਾਮ ਜਪਣ ਕਰਕੇ ਜਿਹੜੀ ਸੁਰਤ ਹੈ, ਲਿਵ ਹੈ ਜਿਹੜੀ ਗੁਰੂ ਚਰਨਾਂ ਦੇ ਨਾਲ ਲੱਗੀ ਹੋਈ ਸੀ, ਸੋ ਦੁੱਖ ਨਹੀਂ ਉਹਨਾਂ ਨੂੰ ਵਿਆਪ ਸਕਿਆ। ਕਈ ਕਹਿੰਦੇ ਆ ਫਿਰ ਗੁਰੂ ਨੇ ਰਾਖੀ ਨਹੀਂ ਕੀਤੀ। ਕਈ ਮਨਮੁਖ ਕਹਿ ਦਿੰਦੇ ਐ ਐਦੂ ਵੱਡੀ ਰਾਖੀ ਕੀ ਹੋਵੇਗੀ। ਦੱਸੋ ਕਿਸੇ ਨੇ ਇਤਿਹਾਸ ਵਿੱਚ ਕਦੇ ਇਹ ਪੜ੍ਹਿਆ ਕਿ ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਿਆ
ਭਾਈ ਮਤੀ ਦਾਸ ਦੇ ਕੋਈ ਅੱਖ 'ਚੋਂ ਅੱਥਰੂ ਆਇਆ ਹੋਵੇ ਜਾਂ ਦੁੱਖ ਮਹਿਸੂਸ ਕੀਤਾ ਹੋਵੇ? ਜੇ ਪੜ੍ਹਿਆ ਤਾਂ ਦੱਸੋ। ਨਹੀਂ, ਇਹ ਜ਼ਰੂਰ ਪੜ੍ਹਿਆ ਕਿ ਭਾਈ ਮਤੀ ਦਾਸ ਨੇ ਕਿਹਾ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ। ਇਹ ਤਾਂ ਜ਼ਰੂਰ ਪੜ੍ਹਿਆਗਾ ਕਿ ਭਾਈ ਸਾਹਿਬ ਨੇ ਕਹਿ ਦਿੱਤਾ ਸੀ ਕਿ ਮੈਂ ਜਪਜੀ ਦਾ ਪਾਠ ਸ਼ੁਰੂ ਕੀਤਾ, ਹੌਲੀ ਹੌਲੀ ਮੇਰੇ ਸਰੀਰ ਨੂੰ ਚੀਰੋ ਤਾਂ ਕਿ ਮੇਰਾ ਜਪਜੀ ਦਾ ਪਾਠ ਸੰਪੂਰਨ ਹੋ ਜਾਵੇ। ਜਦੋਂ ਸਰੀਰ ਦੋ ਫਾੜ ਹੋ ਗਿਆ, ਉਦੋਂ ਪੰਜ ਪ੍ਰਵਾਨ ਵਾਲੀ ਪੌੜੀ ਤੇ ਜਪਜੀ ਦਾ ਪਾਠ ਪਹੁੰਚਿਆ ਸੀ। ਦੋ ਫਾੜ ਹੋ ਕੇ ਸਰੀਰ ਡਿੱਗ ਪਿਆ। ਬਾਕੀ ਦਾ ਜਿਹੜਾ ਜਾਪ ਹੈ, ਭਾਈ ਸੰਤੋਖ ਸਿੰਘ ਲਿਖਦੇ ਆ, ਦੋਨੋਂ ਤਨ ਤੇ ਜਪਜੀ ਪੜ੍ਹੈ। ਬਾਅਦ ਵਿੱਚ ਫਿਰ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਨਾਲ ਕਰਵਾਇਆ। ਇੱਕ ਟੁਕੜੇ ਵਿੱਚੋਂ, ਇੱਕ ਸਰੀਰ ਦੇ ਹਿੱਸੇ ਵਿੱਚੋਂ ਇੱਕ ਪੰਗਤੀ, ਦੂਸਰੇ ਹਿੱਸੇ 'ਚੋਂ ਦੂਸਰੇ ਪੰਗਤੀ, ਜਿਵੇਂ ਪਾਠੀ ਸਿੰਘ 9ਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹੁੰਦੇ ਆ। ਕਾਰਨ ਕੀ ਹੈ? ਕਿਉਂਕਿ ਗੁਰਮਤ ਦੇ ਅਨੁਸਾਰ ਨਾਮ ਜਪਿਆ ਸੀ, ਸੱਚੇ ਵਾਹਿਗੁਰੂ 'ਚ ਲਿਵ ਜੁੜੀ ਹੋਈ ਸੀ। ਲਿਵ ਜੁੜਨ ਕਰਕੇ ਸਾਧ ਸੰਗਤ ਜੀ ਉਹਨਾਂ ਨੂੰ ਦੁੱਖ ਨਹੀਂ ਵਿਆਪ ਸਕਿਆ। ਸੋ ਇਸ ਕਰਕੇ ਜਿਨ੍ਹਾਂ ਨੇ ਗੁਰਮਤਿ ਸਦ ਮਨ ਵਸਿਆ, ਜਿਨ੍ਹਾਂ ਦੇ ਗੁਰਮਤ ਦੇ ਅਨੁਸਾਰ ਜਿਨ੍ਹਾਂ ਨੇ ਨਾਮ ਜਪਿਆ, ਨਾਮ ਅੰਦਰ ਵਸ ਗਿਆ, ਉਹਨਾਂ ਦੀ ਜਿਹੜੀ ਲਿਵ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ। ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਹੇ ਮੇਰੇ ਮਨਾ, ਕਿਉਂਕਿ ਮਨ ਦਾ ਹੀ ਸਾਰਾ ਸਿਆਪਾ ਹੈ। ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਜੇ ਤਾਂ ਚੰਗੇ ਪਾਸੇ ਚੱਲ ਪਿਆ ਫੇਰ ਤਾਂ ਸਾਧ ਸੰਗਤ ਵਾਲੇ ਨਿਆਰੇ ਨੇ। ਜੇ ਕੋਈ ਮਾੜਾ ਕਰਮ ਅੱਗੇ ਆ ਗਿਆ, ਮਨ ਮਾੜੇ ਪਾਸੇ ਲੈ ਗਿਆ ਤੇ ਡੋਬ ਦਿੰਦਾ ਸਾਧ ਸੰਗਤ ਜੀ। ਮਨ ਕੇ ਮਤੇ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਜਿਹਨੇ ਮਨ ਜਿੱਤ ਲਿਆ ਸਮਝ ਲਓ ਜੱਗ ਜਿੱਤ ਲਿਆ। ਮਨ ਜੀਤਿਆ ਜੱਗ ਜੀਤ। ਜਿਹਨੇ ਮਨ ਜਿੱਤਿਆ, ਇਤਿਹਾਸ ਦੱਸਦਾ, ਸੰਸਾਰ ਨੂੰ ਸ਼ਾਂਤੀ ਦਿੱਤੀ ਹੈ। ਜਿਹਨੇ ਜੱਗ ਜਿੱਤਣਾ ਚਾਹਿਆ, ਉਹਨਾਂ ਨੇ ਸੰਸਾਰ ਨੂੰ ਦੁੱਖ ਦਿੱਤਾ, ਕਸ਼ਟ ਦਿੱਤਾ। ਅੱਜ ਸੰਸਾਰ ਦੇ ਵਿੱਚ ਜੰਗਾਂ ਹੋ ਰਹੀਆਂ ਨੇ, ਇੱਕ ਦੂਜੇ ਨੂੰ ਜਿੱਤਣਾ ਚਾਹੁੰਦੇ ਐ। ਸੋ ਜਿਵੇਂ ਰੂਸ ਤੇ ਯੂਕਰੇਨ ਦੀ ਜੰਗ, ਇਹ ਸਾਰਾ ਕਿੱਡੀ ਵੱਡੀ ਪ੍ਰੋਬਲਮ ਉੱਥੇ ਕ੍ਰੀਏਟ ਹੋਈ, ਸਮੱਸਿਆ ਕਿੰਨੀ ਵੱਡੀ। ਸੋ ਮਨ ਨੂੰ ਜਿੱਤਣ ਵਾਲਿਆਂ ਨੇ ਸੰਸਾਰ ਨੂੰ ਸ਼ਾਂਤੀ ਦਿੱਤੀ ਹੈ। ਇਸ ਕਰਕੇ ਮਨ ਦਾ ਹੀ ਸਾਰਾ ਸਿਆਪਾ ਪਾਇਆ ਹੋਇਆ ਹੈ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਜਿਹੜਾ ਮਨ ਹੈ ਨਾ, ਮਨ ਮੇਰੇ ਗੁਰ ਕੀ ਮੰਨ ਲੈ ਰਜਾਏ। ਹੇ ਮੇਰੇ ਮਨਾ, ਮਨ ਤੂੰ ਗੁਰੂ ਦੇ ਭਾਣੇ 'ਚ ਚੱਲ, ਗੁਰੂ ਦੀ ਰਜ਼ਾ ਦੇ ਵਿੱਚ ਚੱਲ। ਕਿਉਂਕਿ ਗੁਰੂ ਦੇ ਹੁਕਮ ਤੋਂ ਬਿਨਾਂ, ਗੁਰੂ ਤੇ ਵਾਹਿਗੁਰੂ 'ਚ ਕੋਈ ਫਰਕ ਨਹੀਂ। ਗੁਰੂ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਇਸ ਕਰਕੇ ਹੇ ਮੇਰੇ ਮਨਾ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਕਰ। ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਮਨ ਤਨ, ਉਹਨਾਂ ਦੇ ਮਨ ਦੇ ਸੰਕਲਪ ਤੇ ਵਿਕਲਪ ਫੁਰਨੇ ਮਿਟ ਜਾਂਦੇ ਆ। ਤਨ ਦਾ ਭਾਵ ਜਿਹੜੇ ਸਰੀਰ ਨੂੰ ਰੋਗ ਲੱਗੇ ਐ, ਉਹ ਵੀ ਕੱਟੇ ਜਾਂਦੇ ਨੇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠਿਆਂ ਸਭ ਦੁੱਖ ਜਾਏ। ਉਹ ਅਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਜੀ ਨੇ ਪੌਣੇ 8 ਸਾਲਾਂ ਦੀ ਉਮਰ 'ਚ ਸਾਰੇ ਸੰਸਾਰ ਦੇ ਦੁੱਖਾਂ ਨੂੰ ਨਾਸ਼ ਕੀਤਾ ਸੀ ਸੱਚੇ ਪਾਤਸ਼ਾਹ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਅੱਜ ਦੇ ਪਖੰਡੀ ਕਹਿੰਦੇ ਐ ਕਿ ਆਓ ਸਾਡੇ ਕੋਲੇ, ਅਸੀਂ ਤੁਹਾਡਾ ਦੁੱਖ ਕੱਟਦੇ ਹਾਂ। ਖੁਦ ਸਾਧ ਸੰਗਤ ਜੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਈ ਫਿਰਦੇ ਐ। ਇਹ ਤਾਂ ਸਤਿਗੁਰੂ ਹਨ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਹਨ ਜਿਹੜੇ ਰੋਗ ਤੋਂ ਰਹਿਤ ਹੈ। ਬਾਕੀ ਤਾਂ ਕੋਈ ਨਾ ਕੋਈ ਰੋਗ ਦੇ ਵਿੱਚ ਗਰਸਿਆ ਹੋਇਆ ਹੈ। ਇਹ ਤਾਂ ਸ਼੍ਰੀ ਹਰਿਕ੍ਰਿਸ਼ਨ ਪਾਤਸ਼ਾਹ ਬਾਲਾ ਪ੍ਰੀਤਮ, ਜਿਨ੍ਹਾਂ ਨੇ ਸਾਰਿਆਂ ਦੇ ਦੁੱਖ ਕੱਟ ਦਿੱਤੇ। ਸੋ ਇਸ ਕਰਕੇ ਮਨ ਤਨ ਸ਼ੀਤਲ ਸਭ ਥੀਐ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਉਹਨਾਂ ਦੇ ਮਨ ਦੇ ਸੰਕਲਪ ਵਿਕਲਪ ਨਾਸ਼ ਹੋ ਜਾਂਦੇ ਨੇ, ਸਾਰੇ ਮਾੜੇ ਫੁਰਨੇ। ਤੇ ਤਨ ਦੇ ਜਿਹੜੇ ਅਸਾਧ ਰੋਗ ਨੇ ਉਹ ਵੀ ਖਤਮ ਹੋ ਜਾਂਦੇ ਹਨ, ਕੱਟੇ ਜਾਂਦੇ ਹਨ ਹਿਰਦੇ 'ਚ ਨਾਮ ਵਸਣ ਕਰਕੇ।
ਰਹਾਉ ਦੇ ਕਈ ਅਰਥ ਨੇ। ਇੱਕ ਤਾਂ ਵਿਸ਼ਰਾਮ ਹੈ, ਦੂਜਾ ਇਹਦਾ ਅਰਥ ਹੁੰਦਾ ਨਾਭੀ। ਨਾਭੀ ਧੁੰਨੀ ਨੂੰ ਵੀ ਕਹਿੰਦੇ ਹੈ। ਜਿਵੇਂ ਸਾਡੀ ਧੁੰਨੀ 'ਚ ਸਰੀਰ ਦੀਆਂ ਸਾਰੀਆਂ ਨਾੜਾਂ ਦਾ ਕੰਟਰੋਲ ਹੁੰਦਾ ਹੈ, ਇਸ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ 'ਚ ਹੁੰਦਾ ਹੈ। ਤੀਜਾ ਇਹਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ ਰਹਿਣ ਵਾਲਾ, ਬਾਕੀ ਸੰਸਾਰ ਸਾਰਾ ਚਲਾਏਮਾਨ ਹੈ। ਚੌਥਾ ਇਹਦਾ ਅਰਥ ਹੈ ਰਾ ਨਾਮ ਰਮਿਆ ਹੋਇਆ, ਹਾਹੇ ਨੂੰ ਕੰਨਾ ਹਾ ਨਾਮ ਪ੍ਰਗਟ, ਊੜੇ ਨੂੰ ਔਂਕੜ ਓੰਕਾਰ ਪਰਮੇਸ਼ਰ, ਜਿਹੜਾ ਹਰ ਜਗ੍ਹਾ ਰਮਿਆ ਹੋਇਆ ਤੇ ਪ੍ਰਗਟ ਹੈ, ਸਰਵ ਵਿਆਪਕ ਹੈ। ਉਹਦੇ ਵਿੱਚ ਚਿੱਤ ਨੂੰ ਜੋੜ ਨਾ ਕਰੋ। ਹੋਰ ਵੀ ਬੇਅੰਤ ਅਰਥ ਨੇ। ਇਸ ਕਰਕੇ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਬਚਨ ਕਰ ਰਹੇ ਹਨ। ਕਰ ਕਾਰਨ ਧਾਰਿਆ ਸੋਈ ਸਾਰ ਕਰੇ। ਹੇ ਭਾਈ, ਵਾਹਿਗੁਰੂ ਪਰਮੇਸ਼ਰ ਨੇ ਜਿਨ ਕਰ ਕਾਰਨ ਧਾਰਿਆ, ਇਹ ਸ੍ਰਿਸ਼ਟੀ ਨੂੰ ਧਾਰਨ ਕੀਤਾ, ਪੈਦਾ ਕੀਤਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੇ 3 ਗੁਣ ਪੈਦਾ ਕੀਤੇ, 3 ਗੁਣ ਨੇ ਮਾਇਆ ਦੇ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਸੰਸਾਰ ਜਿਹੜਾ ਹੈ ਇਹ 3 ਗੁਣਾਂ ਦੇ ਵਿੱਚ ਖੇਡਦਾ ਹੈ। ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਇਹਨਾਂ 3 ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਗੁਰਬਾਣੀ 'ਚ ਸਤਿਗੁਰੂ ਕਹਿੰਦੇ ਨੇ, ਤੀਨ ਵਿਆਪੈ ਜਗਤ ਕੋ ਬਿਰਲਾ ਪਾਵੈ ਕੋਏ। ਸੋ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਤੁਰਿਆ ਅਵਸਥਾ ਨੂੰ ਕੋਈ ਬਿਰਲਾ ਪ੍ਰਾਪਤ ਕਰਦਾ। ਸੰਸਾਰ ਰਜੋਗੁਣ, ਸਤਗੁਣ ਤੇ ਤਮੋ ਗੁਣ ਦੇ ਵਿੱਚ ਖੇਲਦਾ ਹੈ। ਇਹ ਜਿਹੜੇ 3 ਮੁੱਖ ਦੇਵਤੇ ਆ ਨਾ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ, ਇਹ ਵੀ ਰਾਜਗੁਣ, ਸਤਗੁਣ ਤੇ ਤਮ ਗੁਣ ਦੇ ਵਿੱਚ ਹਨ। ਸ਼ਿਵ ਜੀ ਵਰਗੇ ਦੇਵਤੇ ਤਾਂ ਖੁਦ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਆ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, 8ਵੀਂ ਅਸ਼ਟਪਦੀ ਆ ਨਾ ਸੁਖਮਨੀ ਸਾਹਿਬ ਦੀ। ਮਹੇਸ਼ਵਰ ਦਾ ਅਰਥ ਸ਼ਿਵ ਜੀ ਵੀ ਹੈ, ਤੇ ਇੱਕ ਮਹੇਸ਼ਵਰ ਦਾ ਅਰਥ ਹੈ ਮਹੀ ਈਸ਼ਰ। ਜੇ ਆਪਾਂ ਇਸ ਤਰ੍ਹਾਂ ਅਰਥ ਕਰੀਏ ਨਾ, ਮਹੀ ਨਾਮ ਪ੍ਰਿਥਵੀ ਦਾ ਹੈ, ਪ੍ਰਿਥਵੀ ਦੇ ਰਾਜੇ, ਉਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਫਿਰਦੇ ਨੇ। ਬ੍ਰਹਮ ਗਿਆਨੀਆਂ ਦਾ ਦਰਜਾ ਇਹਨਾਂ ਸਾਰਿਆਂ ਤੋਂ ਵੱਡਾ ਹੈ। ਸੋ ਇਸ ਕਰਕੇ ਜਿਸ ਵਾਹਿਗੁਰੂ ਪਰਮੇਸ਼ਰ ਨੇ, ਜਿਹੜਾ ਸ੍ਰਿਸ਼ਟੀ ਦਾ ਕਾਰਨ ਵੀ ਤੇ ਕਰਤਾ ਵੀ ਆਪ ਹੈ, ਉਹ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਜਿਨ ਕਰ ਕਾਰਨ ਧਾਰਿਆ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸੋਈ ਕਾਰ ਕਰੇ, ਸੋਈ ਸਾਰ ਕਰੇ। ਉਹ ਜੀਵਾਂ ਦੀ ਸਾਰ ਵੀ ਆਪ ਲੈਂਦਾ। ਸੋਈ ਸਾਰ ਕਰੇ ਦਾ ਭਾਵ ਰੋਜੀ ਰੋਟੀ ਵੀ ਜੀਵਾਂ ਨੂੰ ਆਪ ਦਿੰਦਾ ਹੈ। ਵਿਸ਼ਨੂੰ ਦੀ ਡਿਊਟੀ ਲਾਤੀ ਭੰਡਾਰਾ ਦੇਣ ਦੀ, ਤੇ ਸ਼ਿਵ ਜੀ ਦੀ ਡਿਊਟੀ ਲਾਤੀ ਲੈ ਕਰਨ ਦੀ, ਬ੍ਰਹਮਾ ਦੀ ਸੰਸਾਰ ਦੀ ਰਚਨਾ ਕਰਨ ਦੀ। ਇੱਕ ਬ੍ਰਹਮਾ ਨਹੀਂ, ਇੱਥੇ ਕੋਟ ਬ੍ਰਹਮਾ ਜਗ ਸਾਜਨ ਆਏ, ਕਰੋੜਾਂ ਬ੍ਰਹਮੇ ਸੰਸਾਰ ਦੀ ਰਚਨਾ ਕਰਨ ਆਏ। ਆਪਣੀ ਉਮਰ ਭੋਗ ਕੇ ਸਮਾਪਤ ਹੋ ਗਏ। ਲੱਖਾਂ ਕਰੋੜਾਂ ਸਾਲਾਂ ਦੀ ਇਹਨਾਂ ਦੀ ਉਮਰ ਹੁੰਦੀ ਹੈ। ਪਤਾ ਨਹੀਂ ਕਿੰਨੇ ਕੁ ਸ਼ਿਵਾ ਦੇ ਅਵਤਾਰ, ਵਿਸ਼ਨੂੰ ਦੇ ਅਵਤਾਰ ਇੱਥੇ ਹੋਏ ਹੈ। ਕਈ ਸ਼ਿਵ ਜੀ ਨੂੰ ਸਦਾ ਸ਼ਿਵ ਕਹੀ ਜਾਂਦੇ ਹੈ, ਨਹੀਂ। ਸਦਾ ਸ਼ਿਵ ਦਾ ਅਰਥ ਹੁੰਦਾ ਕਲਿਆਣ ਸਰੂਪ। ਸਦਾ ਸ਼ਿਵ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਚੌਪੀ ਸਾਹਿਬ ਦੇ ਵਿੱਚ ਕਹਿ ਦਿੱਤਾ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਂਤ ਨਹੀਂ ਭੇਵ। ਜਿਹੜੇ ਭਾਈ ਸ਼ਿਵ ਜੀ ਭਗਵਾਨ ਨੂੰ ਕਹੀ ਜਾਂਦੇ ਨੇ ਸਦਾ ਸ਼ਿਵ, ਸਦਾ ਰਹਿਣ ਵਾਲਾ ਹੈ, ਨਹੀਂ ਭਾਈ, ਸਦਾ ਰਹਿਣ ਵਾਲਾ ਤਾਂ ਵਾਹਿਗੁਰੂ ਪਰਮੇਸ਼ਰ ਹੈ। ਸ਼ਾਸਤਰਾਂ ਦੇ ਵਿੱਚ 4 ਪਰਲੋਆਂ ਦਾ ਜ਼ਿਕਰ ਆਉਂਦਾ ਹੈ, ਨਿਤ ਪਰਲੋਂ, ਨਿਮਿਤ ਪਰਲੋਂ, ਅਵਾਂਤਰ ਪਰਲੋਂ ਤੇ ਮਹਾਪਰਲੋਂ। ਨਿਤ ਪਰਲੋਂ ਦਾ ਅਰਥ ਹੈ ਜਦੋਂ ਆਪਾਂ ਸੌਂਦੇ ਹਾਂ, ਨਿਤ ਪਰਲੋਂ ਹੈ। ਨਿਮਿਤ ਪਰਲੋਂ ਕਹਿੰਦੇ ਨੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ। ਨਿਮਿਤ ਪਰਲੋਂ, ਅਵਾਂਤਰ ਪਰਲੋਂ ਜਦੋਂ ਸ੍ਰਿਸ਼ਟੀ ਲੈ ਹੋ ਜਾਵੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਇਹਨਾਂ ਦੀਆਂ ਪੁਰੀਆਂ ਰਹਿ ਜਾਣ ਤੇ ਅਕਾਲ ਪੁਰਖ ਵਾਹਿਗੁਰੂ ਤਾਂ ਸਦਾ ਹੀ ਰਹਿਣ ਵਾਲਾ ਹੈ, ਨਿਮਿਤ ਪਰਲੋਂ ਹੈ। ਇੱਕ ਮਹਾਪਰਲੋਂ ਆਉਂਦੀ ਹੈ, ਵੱਡੀ ਪਰਲੋਂ ਸਭ ਤੋਂ। ਜਦੋਂ ਬ੍ਰਹਮਾ, ਵਿਸ਼ਨੂੰ, ਸ਼ਿਵਪੁਰੀਗਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬੈਤਾਲਾ। ਤੇ ਜਦੋਂ ਇਹਨਾਂ ਦੀਆਂ ਪੁਰੀਆਂ ਵੀ ਨਾਸ਼ ਹੋ ਜਾਣ, ਸਿਰਫ ਅਕਾਲ ਪੁਰਖ ਵਾਹਿਗੁਰੂ ਹੀ ਰਹੇ, ਉਹਨੂੰ ਕਹਿੰਦੇ ਆ ਮਹਾਪਰਲੋਂ। ਸੋ ਇਸ ਕਰਕੇ ਵਾਹਿਗੁਰੂ ਹੀ ਆਦਿ ਸੱਚ, ਜੁਗਾਂ ਦੀ ਰਚਨਾ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਹੋਵੇਗਾ ਵੀ। ਇਸ ਕਰਕੇ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਹੈ, ਜਿਨ ਕਰ ਕਾਰਨ ਧਾਰਿਆ, ਜਿਹਨੇ ਸ੍ਰਿਸ਼ਟੀ ਨੂੰ ਧਾਰਨ ਕੀਤਾ, ਰਚਨਾ ਕੀਤੀ ਹੈ, ਉਹੀ ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ ਹੈ। ਗੁਰ ਕੈ ਸ਼ਬਦ ਪਛਾੜੀਐ, ਜਾ ਆਪੇ ਨਦਰ ਕਰੇ। ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਨਦਰ ਕਰਦਾ ਹੈ,
ਉਹ ਗੁਰੂ ਦੇ ਸ਼ਬਦ ਦੁਆਰਾ, ਸਿਮਰਨ ਅਭਿਆਸ ਦੁਆਰਾ ਆਪਣੇ ਆਪੇ ਦੀ ਪਛਾਣ ਕਰ ਲੈਂਦੇ ਹਨ ਕਿ ਸਾਡਾ ਵਾਸਤਵਿਕ ਸਰੂਪ ਕੀ ਹੈ। ਸਾਡਾ ਵਾਸਤਵਿਕ ਸਰੂਪ ਹੈ ਜਿਹੜਾ ਆਤਮਿਕ ਸਰੂਪ ਹੈ। ਸੋ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਵੇ, ਨਾਨਕ ਨਦਰੀ ਨਦਰ ਨਿਹਾਲ ਹੋ ਜਾਂਦੇ ਹਨ। ਏ ਜਨ ਸ਼ਬਦੇ ਸੋਹਣੇ ਤਿਤ ਸੱਚੈ ਦਰਬਾਰ। ਸੇ ਜਨ, ਉਹ ਜਨ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਖਾਲਸਾ ਵਰਗੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਵਰਗੇ, ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੇ ਮਹਾਂਪੁਰਖ, ਉਹ ਜਨ ਸ਼ਬਦ ਦੀ ਕਮਾਈ ਕਰਕੇ ਸੋਹਣੇ ਹਨ, ਸ਼ੋਭਨੀਕ ਬਣ ਗਏ ਹਨ। ਲੋਕ ਪਰਲੋਕ ਦੇ ਵਿੱਚ ਉਹਨਾਂ ਨੂੰ ਮਾਣ ਦਿੱਤਾ। ਤਿਤ ਸੱਚੇ ਦਰਬਾਰ, ਸੱਚਖੰਡ ਰੂਪ ਜਿਹੜਾ ਦਰਬਾਰ ਹੈ ਨਾ, ਉੱਥੇ ਵੀ ਉਹ ਜਨ ਸ਼ੋਭਾ ਪਾ ਰਹੇ ਹਨ, ਸ਼ੋਭਨੀਕ ਹਨ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਨਾਮ ਦੀ ਕਮਾਈ ਕੀਤੀ ਹੈ। ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ। ਜਿਹੜੇ ਗੁਰਮੁਖ ਸੱਚੇ ਸ਼ਬਦ ਨਾਲ ਜੁੜ ਗਏ ਨੇ, ਗੁਰਮੁਖ ਸੱਚੇ ਸ਼ਬਦ ਰੱਤੇ ਗਏ ਨੇ, ਰੰਗੇ ਗਏ ਨੇ, ਤਾਂ ਆਪ ਮੇਲੇ ਕਰਤਾਰ, ਉਹਨਾਂ ਨੂੰ ਜਿਹੜਾ ਕਰਤਾਰ ਹੈ, ਕਰ ਨਾਮ ਹੱਥ ਦਾ ਹੁੰਦਾ, ਤਾਰ ਐ ਉਹਨਾਂ ਦਾ ਮਨ ਰੂਪੀ ਹੱਥ ਫੜ ਕੇ ਨਾ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ। ਕਿਹਨਾਂ ਨੂੰ? ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਗਿਆ ਹੈ। ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦਾ ਮਨ ਰੂਪੀ ਹੱਥ ਫੜ ਕੇ ਵਾਹਿਗੁਰੂ ਆਪਣੇ ਨਾਲ ਆਪ ਮੇਲੇ ਕਰਤਾਰ, ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਗੁਰਮਤਿ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ। ਗੁਰਮਤਿ ਸੱਚ ਸਲਾਹਣਾ, ਗੁਰੂ ਦੀ ਮੱਤ ਲੈ ਕੇ ਇਹ ਭਾਈ ਸੱਚ ਸਲਾਹਣਾ। ਸੱਚ ਕੀ ਹੈ? ਪਰਮੇਸ਼ਰ। ਮੂਲ ਮੰਤਰ ਦੇ ਵਿੱਚ ਸਭ ਕੁਝ ਆ ਗਿਆ। ਬਾਅਦ ਵਿੱਚ ਸਿੰਘ ਸਾਹਿਬ ਜੀ ਨੇ ਗੁਰਮੰਤਰ, ਮੂਲ ਮੰਤਰ ਦਾ ਜਾਪ ਵੀ ਆਪਾਂ ਨੂੰ ਕਰਾਉਣਾ ਸਾਰਿਆਂ ਨੂੰ। ਗੁਰਮਤਿ ਸੱਚ ਸਲਾਹਣਾ, ਜਿਹੜੇ ਗੁਰੂ ਦੀ ਮੱਤ ਲੈ ਕੇ ਸੱਚੇ ਪਰਮੇਸ਼ਰ ਨੂੰ ਸਲਾਹੁੰਦੇ ਹਨ, ਧਿਆਉਂਦੇ ਹਨ। ਜਿਸ ਦਾ ਅੰਤ ਨਾ ਪਾਰਾਵਾਰ, ਜਿਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤ ਪਾਏ ਨਹੀਂ ਸਕਿਆ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਉਹਦਾ ਅੰਤ ਪਾਉਣ ਵਾਲਿਆਂ ਦਾ ਹੀ ਅੰਤ ਹੋ ਗਿਆ, ਪਰ ਉਹਦਾ ਅੰਤ ਨਹੀਂ ਪਾ ਸਕੇ। ਸੋ ਹੇ ਭਾਈ, ਜਿਸ ਦਾ ਅੰਤ ਨਾ ਪਾਰਾਵਾਰ, ਜਿਹਦਾ ਕੋਈ ਅੰਤ ਨਹੀਂ ਪਾ ਸਕਿਆ, ਗੁਰੂ ਦੀ ਮੱਤ ਲੈ ਕੇ ਉਹਨੂੰ ਸਲਾਹੁਣਾ, ਭਾਵ ਯਾਦ ਕਰਨਾ ਕਰ। ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ। ਘਾਟ ਘਾਟ ਹਰ ਥਾਂ ਤੇ ਉਹਦਾ ਹੁਕਮ ਚੱਲਦਾ ਹੈ। ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ। ਹੁਕਮ ਤੋਂ ਬਿਨਾਂ ਜੋ ਹੋ ਰਿਹਾ ਸੰਸਾਰ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ। ਕਦੇ ਵੀ ਰੱਬ ਮਾੜਾ ਨਹੀਂ ਕਰਦਾ। ਜੇ ਸਾਡੇ ਨਾਲ ਮਾੜਾ ਹੁੰਦਾ ਤਾਂ ਸਾਡੇ ਕਰਮਾਂ ਦਾ ਦੋਸ਼ ਹੁੰਦਾ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੇ ਤਾਂ ਹੋ ਜੇ ਚੰਗਾ, ਫਿਰ ਤਾਂ ਕਹਿ ਦਿੰਦੇ ਹਾਂ ਸਾਡੀ ਮਿਹਨਤ ਦਾ ਫਲ ਹੈ। ਜੇ ਬਿਜ਼ਨਸ ਦੇ ਵਿੱਚ ਲਾਸ ਹੋ ਜਾਵੇ, ਕਹਿਣਗੇ ਰੱਬ ਨੇ ਮਾੜਾ ਕਰਤਾ। ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ। ਹਰ ਜਗ੍ਹਾ ਉਹਦਾ ਹੁਕਮ ਵਰਤ ਰਿਹਾ ਹੈ, ਤੇ ਉਹਦਾ ਹੁਕਮ ਹੈ ਨਾ ਜਿਹੜਾ, ਉਹ ਕਦੇ ਮਾੜਾ ਨਹੀਂ ਹੋ ਸਕਦਾ। ਜੋ ਕਰਦਾ ਚੰਗਾ ਕਰਦਾ। ਘਟ ਘਟ ਆਪੇ ਹੁਕਮ ਵਸੈ। ਉਹ ਜਿਹੜਾ ਹੁਕਮ ਤੋਂ ਭਾਵ ਹੁਕਮੀ ਵਾਹਿਗੁਰੂ ਹੈ, ਉਹ ਹਰ ਥਾਂ ਤੇ ਵਸ ਰਿਹਾ। ਹੁਕਮੈ ਕਰੇ ਵਿਚਾਰ। ਸੋ ਭਾਈ, ਉਹਦੇ ਨਾਮ ਦੀ, ਉਹਦੇ ਭਾਣੇ 'ਚ ਵਿਚਾਰ ਕਰਨਾ ਕਰ। ਗੁਰ ਸ਼ਬਦੀ ਸਾਲਾਹੀਐ ਹਉਮੈ ਵਿਚੋ ਖੋਏ। ਜੇ ਭਾਈ ਤੂੰ ਗੁਰ ਸ਼ਬਦੀ ਸਲਾਹੀ ਹੈ, ਗੁਰੂ ਦੇ ਸ਼ਬਦ ਨੂੰ ਧਿਆਵੇਂਗਾ, ਸਲਾਹੁਣਾ ਕਰੇਗਾ, ਹਉਮੈ ਵਿੱਚੋਂ ਖੋਏ, ਤਾਂ ਤੇਰੇ ਅੰਦਰੋਂ ਹਉਮੈ ਆ ਨਾ ਜਿਹੜੀ, ਦਵੈਤ ਭਾਵ ਜਿਹੜਾ ਹੈ, ਉਹ ਖਤਮ ਹੋ ਜਾਊਗਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨੇ ਕਰਕੇ, ਨਾਮ ਦੀ ਸ਼ਬਦ ਦੀ ਕਮਾਈ ਕਰਨੇ ਕਰਕੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ। ਜਿੰਨਾ ਸਮਾਂ ਹਉਮੈ ਹੈ, ਓਨਾ ਸਮਾਂ ਜੰਮਣਾ ਮਰਨਾ ਮੁੱਕੇ ਨਹੀਂ ਸਕਦਾ। ਸਾਧ ਸੰਗਤ ਜੀ, ਜਿੰਨਾ ਸਮਾਂ ਰੰਚਕ ਮਾਤਰ ਵੀ ਅੰਦਰ ਹਉਮੈ ਹੈ। ਹਉਮੈ ਦੇ ਕਾਰਨ ਹੀ
ਜੀਵ ਸੰਸਾਰ ਤੇ ਆਉਂਦਾ ਤੇ ਜਾਂਦਾ ਹੈ। ਜਿਸ ਦਿਨ ਅੰਦਰੋਂ ਹਉਮੈ ਹੰਕਾਰ ਖਤਮ ਹੋ ਗਿਆ, ਉਸੇ ਦਿਨ ਜੰਮਣਾ ਮਰਨਾ ਸਾਧ ਸੰਗਤ ਜੀ ਖਤਮ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਸ਼ਬਦ ਦੀ ਸਲਾਹੀ ਹੈ, ਗੁਰੂ ਦੇ ਸ਼ਬਦ ਨੂੰ ਧਿਆਉਣਾ ਕਰ। ਇਹਦਾ ਨਤੀਜਾ ਕੀ ਹੋਵੇਗਾ? ਜਦੋਂ ਗੁਰ ਸ਼ਬਦ ਦੀ ਕਮਾਈ ਕਰੇਗਾ, ਹਉਮੈ ਵਿੱਚੋਂ ਖੋਏ, ਤੇਰੇ ਅੰਦਰੋਂ ਭਾਈ ਦਵੈਤ ਭਾਵ ਖੋਏ ਤੋਂ ਭਾਵ ਨਾਸ਼ ਹੋ ਜਾਵੇਗੀ ਤੇਰੀ ਹਉਮੈ। ਧਨ ਨਾਵੇ ਬਾਹਰੀ ਅਵਗਣ ਵੰਤੀ ਰੋਏ। ਸਾ ਧਨ, ਧਨ ਨਾਮ ਇੱਥੇ ਜੀਵ ਇਸਤਰੀ ਦਾ ਹੈ। ਜਿਹੜੀ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਨਾਮ ਤੋਂ ਵਾਂਝੀ ਹੈ, ਸਾ ਧਨ ਨਾਵੇ ਬਾਹਰੀ ਅਵਗੁਣ ਬੰਤੀ ਰੋਏ। ਉਹ ਔਗਣਾਂ ਦੇ ਵਿੱਚ ਬੱਝੀ ਹੋਈ ਜੀਵ ਰੂਪ ਇਸਤਰੀ ਜਿਹੜੀ ਪਤੀ ਪਰਮੇਸ਼ਰ ਦੇ ਨਾਮ ਤੋਂ ਖਾਲੀ ਹੈ, ਉਹ ਲੋਕ ਦੇ ਤੇ ਲੋਕ ਵਿੱਚ ਤੇ ਪਰਲੋਕ ਵਿੱਚ ਉਸ ਜੀਵ ਇਸਤਰੀ ਨੂੰ ਰੋਣਾ ਪੈਂਦਾ ਹੈ। ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਏ ਤ੍ਰਿਪਤ ਹੋਏ। ਸੱਚ ਸਲਾਹੀ ਜਿਹੜੇ ਸੱਚ ਨੂੰ ਸਲਾਹੁੰਦੇ ਹਨ, ਧਿਆਉਂਦੇ ਹਨ, ਜਿਨ੍ਹਾਂ ਦਾ ਮਨ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਲੱਗਿਆ, ਸੱਚੇ ਨਾਏ ਜਿਨ੍ਹਾਂ ਦਾ ਨਾਮ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਲੱਗਿਆ, ਉਹ ਸੱਚੇ ਦਾ ਨਾਮ ਜਪਣ ਕਰਕੇ ਤ੍ਰਿਪਤ ਹੋ ਗਏ ਹਨ, ਰੱਜ ਗਏ ਹਨ। ਸਾਧ ਸੰਗਤ ਜੀ, ਸੰਤੁਸ਼ਟੀ ਮਿਲ ਗਈ ਹੈ। ਨਾਮ ਜਪੇ ਤੋਂ ਬਿਨਾਂ ਸੰਤੁਸ਼ਟੀ ਆਏ ਨਹੀਂ ਸਕਦੀ। ਸਾਡੇ ਅੰਦਰ 3-4 ਪ੍ਰਕਾਰ ਦੀਆਂ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ। ਕਿਹੜੀਆਂ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੰਸ ਈਰਖਾ, ਇਹ 3 ਤਰ੍ਹਾਂ ਦੀ ਹੁੰਦੀ ਹੈ, ਮਨ ਵਚ ਤੇ ਕਰਮ ਕਰਕੇ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਬਚਨ ਕਿਸੇ ਨੂੰ ਮਾੜਾ ਬਚਨ ਬੋਲ ਦੇਣਾ। ਤੀਜੇ ਨੰਬਰ ਦੀ ਈਰਖਾ ਹੈ ਕਿਸੇ ਤੇ ਵਾਰ ਕਰ ਦੇਣਾ, ਅਟੈਕ ਕਰ ਦੇਣਾ ਬਿਨਾਂ ਗੱਲੋਂ। ਮਨ ਵਚ ਕਰਮ, 3 ਪ੍ਰਕਾਰ ਦੀ ਇਹ ਹਿੰਸਾ ਹੈ। ਸਾਧ ਸੰਗਤ ਜੀ, ਅੱਜ ਈਰਖਾ ਦਾ ਬੜਾ ਬੋਲਬਾਲਾ ਹੋ ਗਿਆ ਹੈ। ਕਈ ਵਾਰੀ ਅਸੀਂ ਕਿਸੇ ਮਨੁੱਖ ਦਾ ਵਿਰੋਧ ਜਾਣ ਬੁੱਝ ਕੇ ਕਰਨ ਕਰਕੇ ਹੀ ਵਿਰੋਧ ਕਰੀ ਜਾਂਦੇ ਹਾਂ। ਸਾਡੇ ਧਾਰਮਿਕ ਲੋਕਾਂ ਦੇ ਵਿੱਚ ਵੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਬੜੀ ਈਰਖਾ ਆ ਗਈ ਹੈ। ਕਾਰਨ ਕੀ ਹੈ? ਵੀ ਨਾਮ ਸਿਮਰਨ ਦੀ ਸਾਡੀ ਕਮਾਈ ਨਹੀਂ ਰਹੀ, ਇੱਕ ਦੂਜੇ ਨੂੰ ਵੇਖ ਕੇ ਖੁਸ਼ ਨਹੀਂ। ਜਿੰਨਾ ਸਿਮਰਨ ਨਾਮ ਅਭਿਆਸ ਕਰਾਂਗੇ, ਨਾਮ ਅਭਿਆਸ ਤੋਂ ਬਿਨਾਂ ਅੰਦਰੋਂ ਦਵੈਤ ਭਾਵ ਖਤਮ ਹੋਏ ਨਹੀਂ ਸਕਦਾ। ਖਾਣੇ ਤਾਂ ਆਪੋ ਆਪਣੇ ਕਰਮ ਨੇ ਸਾਧ ਸੰਗਤ ਜੀ, ਆਪੋ ਆਪਣੀ ਪਰਾਲਬਧ ਖਾਣੀ ਹੈ। ਕੋਈ ਕਿਸੇ ਨੂੰ ਰੋਜੀ ਨਹੀਂ ਦਿੰਦਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਅੱਜ ਸਿੱਖ ਨੂੰ ਸਿੱਖ ਫਤਿਹ ਬੁਲਾ ਕੇ ਰਾਜੀ ਨਹੀਂ। ਉਹਦਾ ਬਿਜ਼ਨਸ ਮੈਥੋਂ ਕਿਉਂ ਵੱਡਾ ਹੋ ਗਿਆ, ਮੇਰਾ ਕਿਉਂ ਨਹੀਂ? ਇਸ ਤਰ੍ਹਾਂ ਦਾ ਸਾਡੇ 'ਚ ਜਿਹੜਾ ਇਹ ਚੱਲ ਰਿਹਾ ਹੈ। ਸੋ ਸਤਿਗੁਰੂ ਮਹਾਰਾਜ ਨੇ ਕਿਹਾ, ਜਿਹੜਾ ਸੱਚੇ ਪਰਮੇਸ਼ਰ ਦੇ ਨਾਮ 'ਚ ਲੱਗ ਗਿਆ। ਹੰਸ ਹੇਤ, ਹੇਤ ਮੋਹ ਹੈ, ਮੋਹ ਦੀ ਨਦੀ ਵਗ ਰਹੀ ਆ। ਲੋਭ ਨਾਮ ਲਾਲਚ, ਕੋਪ ਕ੍ਰੋਧ, ਇਹ 4 ਅੱਗ ਦੀਆਂ ਨਦੀਆਂ ਸਾਡੇ ਅੰਦਰ ਵਗ ਰਹੀਆਂ ਹਨ। ਜੀਵ ਇਹਨਾਂ 'ਚ ਪੈ ਰਹੇ ਨੇ ਤੇ ਪੈ ਪੈ ਕੇ ਸੜ ਰਹੇ ਐ। ਪਵਹਿ ਦੱਜੈ ਨਾਨਕਾ ਤਰੀਆ ਕਰਮੀ ਲੱਗ। ਸੋ ਭਾਈ ਜਿਹੜਾ ਗੁਰੂ ਦੇ ਚਰਨਾਂ ਦੇ ਨੇੜੇ ਲੱਗ ਗਿਆ ਨਾ, ਨਾਮ ਰੂਪੀ ਚਰਨਾਂ ਨਾਲ ਜੁੜ ਗਿਆ, ਉਹੀ ਬਚ ਸਕਦਾ ਹੈ ਅੱਗ ਦੀਆਂ ਨਦੀਆਂ ਤੋਂ। ਉਸੇ ਨੂੰ ਸੈਟਿਸਫੈਕਸ਼ਨ, ਸੰਤੁਸ਼ਟੀ, ਤ੍ਰਿਪਤੀ ਮਿਲ ਸਕਦੀ ਹੈ। ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਮਿਲਦੀ ਸਾਧ ਸੰਗਤ ਜੀ। ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋੜਾ ਲੱਖ ਕਰੋੜ ਹੈ, ਮਾਨਾ ਹੋ ਰਿਹਾ ਪਰੇ ਪਰੇ ਹੀ ਕੋ ਲੂਝੀ ਹੈ। ਸੋ ਇਸ ਕਰਕੇ ਤ੍ਰਿਸ਼ਨਾ ਜਿਹੜੀ ਨਾ, ਇਹ ਨਾਮ ਤੋਂ ਬਿਨਾਂ ਨਹੀਂ ਬੁਝਿਆ ਕਰਦੀ। ਲੱਖਾਂ ਪਤੀ ਕਰੋੜਾਂ ਪਤੀ ਹੋਣਾ ਚਾਹੁੰਦਾ, ਕਰੋੜਾਂ ਪਤੀ ਅਰਬਾਂ ਪਤੀ ਹੋਣਾ ਚਾਹੁੰਦਾ। ਇਸ ਤਰ੍ਹਾਂ ਚੱਲੀ ਜਾ ਰਿਹਾ। ਸੱਚ ਸਲਾਹੀ ਜਿਹੜਾ ਸੱਚੇ ਨਾਮ ਨੂੰ ਸਲਾਹੁੰਦਾ ਹੈ, ਧਿਆਉਂਦਾ ਹੈ, ਸੱਚ ਲੱਗਾ, ਜਿਨ੍ਹਾਂ ਦਾ ਮਨ ਸੱਚੇ ਨਾਮ ਨਾਲ ਲੱਗ ਗਿਆ, ਸੱਚੇ ਨਾਏ ਤ੍ਰਿਪਤ ਹੋਏ, ਉਹ ਸੱਚੇ ਨਾਮ ਨੂੰ ਜਪਣ ਕਰਕੇ ਤ੍ਰਿਪਤੀ ਨੂੰ, ਸੰਤੁਸ਼ਟੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਣ ਵਿਚਾਰੀ ਗੁਣ ਸੰਗਰਹਾ, ਅਵਗੁਣ ਕੱਢਾ ਧੋਏ। ਹੇ ਭਾਈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਗੁਣਾਂ ਦੀ ਵਿਚਾਰ ਕਰ। ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਨਾਮ ਰੂਪੀ ਗੁਣ ਨੇ ਨਾ, ਸੰਗਰਹਾ ਤੋਂ ਭਾਵ ਉਹਨਾਂ ਨੂੰ ਇਕੱਤਰ ਕਰ ਲੈ, ਸ਼ੁਭ ਗੁਣਾਂ ਨੂੰ ਇਕੱਠੇ ਕਰ ਲੈ। ਗੁਣ ਵਿਚਾਰੀ ਗੁਣ ਸੰਗਰਹਾ, ਅਵਗੁਣ ਕੱਢੈ ਧੋਏ।
ਤਾਂ ਤੇਰੇ ਅੰਦਰੋਂ ਔਗਣ ਨਿਕਲ ਜਾਣਗੇ। ਔਗਣ ਕਿਵੇਂ ਨਿਕਲਦੇ ਐ? ਨਾਮ ਰੂਪੀ ਸਾਬਣ ਦੇ ਨਾਲ ਪ੍ਰੇਮ ਰੂਪੀ ਪਾਣੀ ਪਾ ਕੇ, ਸਤ ਸੰਗਤ ਰੂਪੀ ਘਾਟ ਤੇ ਜਾ ਕੇ, ਨਿਸ਼ਚੇ ਰੂਪੀ ਫੱਟੀ ਤੇ ਬੈਠ ਕੇ, ਮਨ ਰੂਪੀ ਕੱਪੜਾ ਹੈ ਇਹਦੇ ਉੱਪਰ ਨਾਮ ਰੂਪੀ ਸਾਬਣ ਲਾਉਣੀ ਹੈ ਤੇ ਪ੍ਰੇਮ ਰੂਪੀ ਜਲ ਪਾ ਕੇ ਇਉਂ ਤੇਰੇ ਅੰਦਰੋਂ ਔਗਣ ਜਿਹੜੇ ਨੇ ਇਹ ਨਿਕਲ ਜਾਣਗੇ। ਸੋ ਜਿੰਨਾ ਸਮਾਂ ਤੂੰ ਸ਼ੁਭ ਗੁਣਾਂ ਨੂੰ ਸੰਗ੍ਰਹ ਤੋਂ ਭਾਵ ਇਕੱਤਰ ਨਹੀਂ ਕਰਦਾ, ਤੇਰੇ ਅੰਦਰੋਂ ਵਿਸ਼ੇ ਵਿਕਾਰਾਂ ਰੂਪੀ ਔਗਣ ਨੇ ਨਿਕਲਣਾ ਨਹੀਂ। ਜੇ ਨਾਮ ਜਪੇਂਗਾ, ਸਿਮਰਨ ਕਰੇਂਗਾ, ਸਤ ਸੰਗਤ ਰੂਪੀ ਘਾਟ ਤੇ ਜਾਵੇਂਗਾ, ਮਨ ਰੂਪੀ ਕੱਪੜੇ ਤੇ ਪ੍ਰੇਮ ਦਾ ਜਲ ਪਾ ਕੇ ਤੇ ਨਾਮ ਰੂਪੀ ਸਾਬਣ ਲਾਵੇਂਗਾ, ਫੇਰ ਤੂੰ ਔਗਣਾਂ ਨੂੰ ਔਬਗਣ ਕੱਢੈ ਧੋਏ, ਫੇਰ ਤੇਰੇ ਅੰਦਰੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਔਗਣਾਂ ਨੂੰ ਧੋ ਦੇਵੇਗਾ। ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ। ਜਦੋਂ ਅੰਦਰੋਂ ਦਵੈਤ ਭਾਵ ਮਿਟ ਗਿਆ, ਹਉਮੈ ਦਾ ਅੰਦਰੋਂ ਨਾਸ਼ ਹੋ ਗਿਆ, ਦੁਤੀਆ ਭਾਵ ਮਿਟ ਗਿਆ, ਫਿਰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ। ਜਦੋਂ ਆਤਮਿਕ ਸਰੂਪ ਦੀ ਸਾਖਿਅਤਾ ਹੋ ਜਾਵੇ ਫਿਰ ਟੇਢੀਆਂ ਜੂਨਾਂ ਰੂਪ ਵਿਛੋੜਾ ਨਹੀਂ ਹੁੰਦਾ। ਫਿਰ ਵਾਹਿਗੁਰੂ ਤੋਂ ਵਿਛੜ ਕੇ ਟੇਢੀਆਂ ਜੂਨਾਂ 'ਚ ਨਹੀਂ ਜਾਣਾ ਪੈਂਦਾ, ਕਾਵਾਂ ਕੁੱਤਿਆਂ ਗਧਿਆਂ ਦੀਆਂ ਜੂਨਾਂ 'ਚ ਆਪੇ ਮੇਲ ਮਿਲਾਏ ਦਾ। ਫਿਰ ਜਿਹੜਾ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਜਿਹੜਾ ਆਪੇ ਮੇਲ ਮਿਲਾਏ ਦਾ, ਜਦੋਂ ਵਾਹਿਗੁਰੂ ਪਰਮੇਸ਼ਰ ਨਾਲ ਤੂੰ ਮਿਲ ਗਿਆ, ਤੇਰੀ ਅਭੇਦਤਾ ਹੋ ਗਈ, ਫਿਰ ਟੇਢੀਆਂ ਜੂਨਾਂ ਰੂਪ ਤੇਰਾ ਵਿਛੋੜਾ ਨਹੀਂ ਹੋਵੇਗਾ। ਨਾਨਕ ਗੁਰ ਸਾਲਾਹੀ ਆਪਣਾ ਜੇਦੂ ਪਾਈ ਪ੍ਰਭ ਸੋਏ। ਨਾਨਕ ਗੁਰ ਸਲਾਹੀ ਆਪਣਾ, ਸੋ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਲਾਹੁਣਾ ਕੀਤਾ ਹੈ, ਆਪਣੇ ਗੁਰੂ ਨੂੰ ਸਲਾਹੁਣਾ ਕਰ, ਜਿਸ ਕਰਕੇ ਜਿੱਦੂ ਪਾਈ ਪ੍ਰਭ ਸੋਏ। ਤੇ ਜਿਸ ਗੁਰੂ ਨੂੰ ਸਲਾਹੁਣ ਕਰਕੇ, ਜਿਸ ਗੁਰੂ ਦੇ ਕਰਕੇ ਗੁਰੂ ਵਿਚੋਲਾ ਹੈ, ਉਹ ਪਰਮੇਸ਼ਰ ਨੂੰ ਮਿਲਾਉਂਦਾ। ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਜਿਸ ਗੁਰੂ ਨੂੰ ਧਿਆਉਣ ਕਰਕੇ ਜਿੱਦੂ ਪਾਈ ਪ੍ਰਭ ਸੋਏ, ਤੈਨੂੰ ਪ੍ਰਭੂ ਦਾ ਮਿਲਾਪ ਹੁੰਦਾ ਹੈ। ਸੋ ਇਸ ਕਰਕੇ ਇੱਥੇ ਜਿਹੜੀ ਸ਼ਬਦ ਦੀ ਸਮਾਪਤੀ ਹੁੰਦੀ ਹੈ, ਗੁਰੂ ਮਹਾਰਾਜ ਨੇ ਦੱਸਿਆ, ਭਾਈ ਸਿੱਖੋ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਤਾਂ ਵਾਹਿਗੁਰੂ ਪਰਮੇਸ਼ਰ ਹੈ, ਉਹੀ ਜਾਣਦਾ ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਸੋ ਸਾਧ ਸੰਗਤ ਜੀ, ਅੱਜ ਦਾ ਸਮਾਂ ਤੇ ਸਰਦਾਰ ਕਰਮ ਸਿੰਘ ਸਾਹਿਬ ਜੋ ਚੇਅਰਮੈਨ ਨੇ, ਉਹਨਾਂ ਨੇ ਜਿਹੜਾ ਦਿੱਤਾ ਸੀ 2 ਦਿਨ ਦਾ ਸਮਾਂ, 3 ਤੇ 4 ਸਤੰਬਰ ਦਾ, ਅੱਜ ਰਾਤ ਨੂੰ ਜਿਹੜਾ ਸਮਾਂ ਉਹ ਰੋਹਣੀ ਵਿਖੇ ਆਗਾ ਸਾਡਾ ਕਥਾ ਦਾ, ਸ਼੍ਰੀ ਗੁਰੂ ਤੇਗ ਬਹਾਦਰ ਦੇ ਸੰਬੰਧ ਵਿੱਚ। ਬਾਕੀ ਸਿੰਘ ਸਾਹਿਬ ਬੈਠੇ ਹੈ, ਜਿੱਦਾਂ ਸੰਗਤ ਦਾ ਹੁਕਮ ਹੋਵੇਗਾ। ਆਓ ਸਤਿਗੁਰੂ ਕਿਰਪਾ ਕਰਨ। ਬਾਕੀ ਵਿਚਾਰ ਆਪਾਂ ਕੱਲ੍ਹ ਦੇ ਫਿਰ ਦੀਵਾਨ ਦੇ ਵਿੱਚ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਸ੍ਰਿਸ਼ਟੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਸੋ ਕਥਾ ਵਿਚਾਰ ਜਿਹੜੀ ਹੈ, ਕੋਈ ਵੀ ਪ੍ਰਚਾਰਕ ਹੈ, ਸਰਦਾਰ ਕਰਮ ਸਿੰਘ ਸਾਹਿਬ ਜੋ ਕਰਮਸਰ ਸਾਹਿਬ ਜਿਹੜੇ ਇੱਥੋਂ ਦੇ ਚੇਅਰਮੈਨ ਨੇ, ਬੜਾ ਸੁੰਦਰ ਉਹਨਾਂ ਨੇ ਬਚਨ ਸੁਣਾਇਆ। ਕਹਿੰਦੇ ਬਾਬਾ ਜੀ, ਅੱਜ ਦੇ ਸਮੇਂ ਦੇ ਵਿੱਚ ਭਾਵਨਾ ਵਾਲੇ ਪ੍ਰਚਾਰਕਾਂ ਦੀ ਬੜੀ ਘਾਟ ਪੈ ਗਈ ਹੈ, ਕਿਉਂਕਿ ਜੇ ਪ੍ਰਚਾਰਕ ਦੀ ਸੱਚੀ ਭਾਵਨਾ ਨਹੀਂ ਗੁਰੂ ਪ੍ਰਤੀ ਹੋਵੇਗੀ ਤਾਂ ਸੁਣਨ ਵਾਲਿਆਂ ਦੀ ਕੀ ਭਾਵਨਾ, ਕੀ ਸ਼ਰਧਾ ਬਣੇਗੀ। ਅੱਜ ਦੇ ਸਮੇਂ 'ਚ ਕੁਤਰਕਾਂ ਕਰਨ ਵਾਲੇ, ਗੱਲ ਤੇ ਕਿੰਤੂ ਪਰੰਤੂ ਕਰਨ ਵਾਲੇ, ਆਹ ਬਾਣੀ ਗੁਰੂ ਦੀ ਨਹੀਂ, ਇਹ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਰਾਗਮਾਲਾ ਤੇ ਪਤਾ ਨਹੀਂ ਉਹ ਕਿਹਨੂੰ ਮੰਨਦੇ ਨੇ, ਕਿਹੜਾ ਉਹਨਾਂ ਦਾ ਰੱਬ ਹੈ। ਹਰ ਗੱਲ ਤੇ ਕਿੰਤੂ ਪਰੰਤੂ, ਹਰ ਗੱਲ ਤੇ ਕਿੰਤੂ ਪਰੰਤੂ ਕਰਦੇ ਹੈ। ਤਰਕਵਾਦੀ ਨੂੰ ਨਰਕ ਮਿਲਦਾ ਹੈ ਤੇ ਗੁਰੂ ਤੇ ਭਾਵਨਾ ਰੱਖਣ ਵਾਲਿਆਂ ਨੂੰ ਸੱਚਖੰਡ ਵਿੱਚ ਗੁਰੂ ਦੀ ਗੋਦ ਮਿਲਦੀ ਹੈ। ਸੋ ਆਓ ਹੁਣ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ। ਤੇਰੀ ਪਨ੍ਹੇ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਨਾਮ ਦੀ ਦਾਤ ਸਤਿਗੁਰਾਂ ਤੋਂ ਆਪਾਂ ਮੰਗ ਲਈਏ। ਪੀਸ ਟੂ ਮਾਈਂਡ, ਮਨ ਦੀ ਸ਼ਾਂਤੀ ਸਿਮਰਨ ਨਾਮ ਤੋਂ ਬਿਨਾਂ ਨਹੀਂ ਮਿਲ ਸਕਦੀ। ਅੰਦਰੋਂ ਅਹੰ ਭਾਵ, ਹੰਕਾਰ ਹੈ ਜਿਹੜਾ ਨਹੀਂ ਜਾ ਸਕਦਾ, ਜੋ ਅੱਜ ਆਪਣੇ ਕਥਾ 'ਚ ਸਰਵਣ ਕੀਤਾ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ। ਨਾਨਕ ਗੁਰ ਸਲਾਹੀ ਆਪਣਾ ਜੇਦੂ ਪਾਈ ਪ੍ਰਭ ਸੋਏ। ਜਿੱਦੂ ਪਾਈ ਪ੍ਰਭ ਸੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।